ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਬੋਹਿਥੜਾ ਹਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ। ਗੁਰ ਸ਼ਬਦੀ ਤਰੀਐ ਬਹੁੜ ਨਾ ਮਰੀਐ, ਚੂਕੈ ਆਵਣ ਜਾਣਾ। ਜੋ ਕਿਛ ਕਰੈ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਦੁਖ ਨ ਭੂਖ ਨ ਰੋਗ ਨ ਵਿਆਪੈ, ਸੁਖ ਸਾਗਰ ਸ਼ਰਣੀ ਪਾਏ। ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ। ਸੰਤ ਜਨਾ ਹਰ ਮੰਤਰ ਦਿਰੜਾਇਆ, ਹਰ ਸਾਜਨ ਵਸਗਤ ਕੀਨੇ ਰਾਮ। ਆਪਨੜਾ ਮਨ ਆਗੈ ਧਰਿਆ, ਸਰਬਸ ਠਾਕੁਰ ਦੀਨੇ ਰਾਮ। ਕਰੀ ਆਪਣੀ ਦਾਸੀ ਮਿਟੀ ਉਦਾਸੀ, ਹਰ ਮੰਦਰ ਥਿਤ ਪਾਈ। ਅਨੰਦ ਬਿਨੋਦ ਸਿਮਰੋ ਪ੍ਰਭ ਸਾਚਾ, ਵਿਛੁੜ ਕਬਹੂ ਨਾ ਜਾਈ। ਸਾਵਡ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ। ਕਹੋ ਨਾਨਕ ਰਮੈ ਰੰਗ ਰਾਤੇ, ਪ੍ਰੇਮ ਮਹਾਰਸ ਪੀਨੇ। ਸਾਵਡ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ। ਕਹੋ ਨਾਨਕ ਰਮਹਿ ਰੰਗ ਰਾਤੇ, ਪ੍ਰੇਮ ਮਹਾਰਸ ਪੀਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦੇ ਸਮੇਂ ਨੂੰ ਅਸੀਂ ਮਾਣ ਪਾ ਰਹੇ ਹਾਂ। ਆਪ ਸਤਸੰਗੀ ਬਣ ਰਹੇ ਹੋ। ਮੋਸਟਲੀ ਸਾਡੇ ਦੀਵਾਨ ਵਰਚੁਅਲ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ। ਹੁਣ ਆਪ ਸੰਗਤ ਕੁਝ
ਸੰਗਤੀ ਰੂਪ ਦੇ ਜਿੱਥੇ ਹਾਜ਼ਰੀਨ ਵੀ ਹੋ ਪਾ ਰਹੇ ਹੋ, ਇਹ ਵੀ ਇੱਕ ਵਡਭਾਗਤਾ ਹੈ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਜੋ ਅਸੀਂ ਲਗਾਤਾਰ ਵਿਚਾਰ ਰਹੇ ਹਾਂ, ਸੂਹੀ ਰਾਗ ਚੱਲਦਾ ਹੈ ਪਿਆ। ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੀ ਗਈ ਪਾਵਨ ਰਚਨਾ ਛੰਤਾਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੈ। ਆਪ ਜੀ ਨੇ ਜੋ ਮੁਕਾਮੀ ਸ਼ਬਦ ਸਰਵਨ ਕੀਤਾ ਹੈ, ਇਸ ਛੰਤ ਰਚਨਾ ਦੇ ਸ਼ੁਰੂਆਤੀ 2 ਬੰਦ ਨੇ। ਇੱਕ ਬੰਦ ਵਿਚਾਰਿਆ ਜਾ ਚੁੱਕਾ ਹੈ, ਜੋ ਸੈਕਿੰਡ ਬੰਦ ਹੈ ਉਹਦੀ ਵਿਚਾਰ ਅੱਜ ਅਸੀਂ ਕਰਨੀ ਹੈ। ਗੁਰਦੇਵ ਜ਼ਿਕਰ ਕਰ ਰਹੇ ਨੇ, ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਹਰ ਸਾਜਨ ਵਸਗਤ ਕੀਨੇ ਰਾਮ। ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਹਰ ਸਾਜਨ ਵਸਗਤ ਕੀਨੇ ਰਾਮ। ਇਹਦੀ ਸ਼ਬਦੀ ਅਰਥ ਕਰਕੇ ਫਿਰ ਇਹਦੇ ਅਰਥ ਸਮੁੱਚੇ ਭਾਵ ਨੂੰ ਵੀ ਅਸੀਂ ਇੰਟਰਪ੍ਰੀਟੇਸ਼ਨ ਦੇ ਲੈਵਲ ਤੇ ਅੰਡਰਸਟੈਂਡ ਕਰਾਂਗੇ। ਪਰ ਇਹ ਜੋ ਬਾਤ ਹੋ ਰਹੀ ਹੈ, ਸੰਤ ਜਨਾ, ਉਹ ਹਸਤੀਆਂ, ਉਹ ਬਸ਼ਰ, ਉਹ ਸੋਰਸਸ ਸਾਡੇ ਵਾਸਤੇ ਜਿਨ੍ਹਾਂ ਦੀ ਸ਼ੈਡੋਇੰਗ ਦੇ ਨਾਲ, ਜਿਨ੍ਹਾਂ ਦੀ ਛਤਰ ਛਾਇਆ ਦੇ ਵਿੱਚ, ਜਿਨ੍ਹਾਂ ਦੀ ਸੰਗਤ ਦੇ ਨਾਲ ਸਾਨੂੰ ਕੁਝ ਜੀਵਨ ਦਾ ਮੰਤਰ ਦ੍ਰਿੜ ਹੋ ਜਾਂਦਾ ਹੈ। ਸੰਤ ਜਨਾ ਹਰ ਮੰਤਰ ਦ੍ਰਿੜਾਇਆ। ਮੰਤਰ ਇੱਕ ਐਸਾ ਸੁਨੇਹਾ ਜੋ ਸਾਡਾ ਮਨ ਫੜ ਲੈਂਦਾ ਹੈ, ਜੋ ਸਾਡੇ ਅੰਦਰ ਬਿਲਕੁਲ ਉਕਰ ਜਾਂਦਾ, ਕਾਰਵ ਹੋ ਜਾਂਦਾ ਹੈਗਾ, ਉਹਦੀ ਬਾਤ ਹੋ ਰਹੀ ਹੈ। ਸੰਤ ਜਨਾ ਹਰ ਮੰਤਰ ਦ੍ਰਿੜਾਇਆ। ਤੇ ਫਿਰ ਹੁੰਦਾ ਕੀ? ਹਰ ਸਾਜਨ ਵਸਗਤ ਕੀਨੇ ਰਾਮ। ਵਸਗਤ ਹੁੰਦਾ ਹੈ ਕਿਸੇ ਚੀਜ਼ ਦਾ, ਆਪਨੇ ਭਾਰਤੀ ਖਿੱਤੇ 'ਚ ਲੈਂਗੁਏਜ ਜ਼ਰੂਰ ਸੁਣੀ ਹੋਣੀ ਹੈ, ਕਿਸੇ ਮੰਤਰ ਦੇ ਨਾਲ ਕਿਸੇ ਨੂੰ ਵਸ ਕਰ ਲੈਣਾ, ਵਸੀ ਕਰ ਲੈਣਾ, ਵਸੀਕਰਨ ਮੰਤਰ। ਸੋ ਇੱਥੇ ਸਾਜਨ ਵਸਗਤ ਕੀਨੇ ਰਾਮ, ਸਾਜਨ ਵਸਗਤ ਕੀਨੇ। ਐਕਚੁਅਲ ਲੈਵਲ ਤੇ ਨੂੰ ਮੈਂ ਗੁਰਬਾਣੀ ਦੇ ਹੋਰ ਰੰਗ 'ਚ ਲਿਆਵਾਂ ਤੇ ਫਿਰ ਸੋਸਾਇਟੀ ਦੇ ਵਿੱਚੋਂ ਕੁਝ ਐਗਜ਼ਾਮਪਲ ਜਿਹੜੀ ਹੈਗੀ ਉਹਨੂੰ ਇੱਥੇ ਅਸੀਂ ਪ੍ਰੈਜ਼ੈਂਟ ਕਰਨ ਦੀ ਟਰਾਈ ਕਰਦੇ ਹਾਂ। ਜਿਵੇਂ ਗੁਰੂ ਸਾਹਿਬ ਇੱਕ ਜਗ੍ਹਾ ਸ਼ਬਦ ਲਿਖਦੇ, ਗੁਣ ਕਾਮਨ ਕਾਮਨ ਕਰੈ ਤੋ ਪਿਆਰੇ ਕੋ ਪਾਵੈ। ਕਾਮਨ ਲਫ਼ਜ਼ ਗੁਰਬਾਣੀ ਵਿੱਚ ਉਹ ਪ੍ਰਸੰਗ ਦੇ ਮੁਤਾਬਕ ਯੂਜ਼ ਹੁੰਦਾ ਹੈ। ਇੱਕ ਕਾਮਨ ਦਾ ਮਤਲਬ ਕਾਮਣੀ ਇਸਤਰੀ ਹੈ, ਦੂਸਰੇ ਕਾਮਨ ਦਾ ਮਤਲਬ ਟੂਣੇ ਹੈ। ਟੂਣੇ ਇਹ ਵੀ ਬਿਲਕੁਲ ਉਸ ਮੰਤਰ ਤੰਤਰ ਦੇ ਨੇੜੇ ਚਲੀ ਜਾਂਦੀ ਚੀਜ਼ ਹੈ। ਸਾਡੇ ਉਹਨਾਂ ਸਮਾਜਾਂ ਦੇ ਵਿੱਚ ਟੂਣੇ, ਟਪਾਰ, ਤਵੀਤ, ਧਾਗੇ, ਜਿਹੜਾ ਸੁਪਰਸਟੀਸ਼ੀਅਸ ਬਲੀਵ ਸਿਸਟਮ ਆ, ਉਹ ਬੜਾ ਭਾਰੂ ਹੈ, ਅੱਜ ਤੱਕ ਭਾਰੂ ਹੈ। ਮੈਂ ਤੇ ਅਜੇ ਵੀ ਦੇਖਦਾ, ਇੱਥੇ ਆ ਕੇ ਵੀ ਲੋਕ ਬੜੀ ਹਾਇਰ ਐਜੂਕੇਸ਼ਨ ਲੈ ਲੈਂਦੇ ਨੇ, ਡਿਗਰੀਆਂ ਕਰ ਲੈਂਦੇ ਨੇ, ਇਵਨ ਮੈਡੀਕਲ ਪ੍ਰੋਫੈਸ਼ਨਲ ਬਣ ਗਏ, ਇੰਜੀਨੀਅਰ ਬਣ ਗਏ, ਬਹੁਤ ਕੁਝ ਇਸ ਲੈਵਲ 'ਤੇ ਚਲੇ ਗਏ। ਡਾਰਵਿਨ ਪੜ੍ਹ ਲਿਆ, ਮਤਲਬ ਐਵੋਲੂਸ਼ਨ ਦੀ ਥਿਊਰੀ ਪੜ੍ਹ ਲਈ, ਸਭ ਕੁਝ, ਬਟ ਅਜੇ ਵੀ ਨਗ ਪਾਉਂਦੇ ਨੇ, ਦਿਨ ਸਿੱਤਾਂ ਦੀ ਵਿਚਾਰ ਕਰਦੇ ਨੇ, ਅਜੇ ਵੀ ਪਤਾ ਨਹੀਂ ਕਿਤਨੇ ਕਿਸਮ ਦੇ ਸੁਪਰਸਟੀਸ਼ੀਅਸ ਬਲੀਵ ਜਿਹੜੇ ਨੇ ਉਹ ਆਪਣੇ ਗਲ ਵਿੱਚ ਪਾ ਕੇ ਬੈਠੇ ਨੇ। ਇਹ ਸਭ ਚੀਜ਼ਾਂ ਮੌਜੂਦ ਨੇ। ਸੋ ਸਮਾਜਾਂ ਦੇ ਵਿੱਚ ਇੱਥੇ ਟੂਣੇ, ਟਪਾਰ, ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਚੱਲਦੀਆਂ ਨੇ। ਉੱਥੇ ਯਕੀਨਨ ਤੌਰ 'ਤੇ ਖਾਸ ਕਰਕੇ ਉਸ ਸ਼੍ਰੇਣੀ 'ਚ ਪਾਪੂਲੇਸ਼ਨ ਦਾ ਉਹ ਹਿੱਸਾ ਜਿਹਦੀ ਵੋਇਸ ਆਮ ਹਾਲਤਾਂ 'ਚ ਸੁਣੀ ਨਹੀਂ ਜਾਂਦੀ। ਆਪਾਂ ਗੁਰੂ ਗ੍ਰੰਥ ਸਾਹਿਬ 'ਚੋਂ ਬਚਨ ਪੜ੍ਹੀਏ, ਮਹਾਰਾਜ ਬਿਆਨ ਕਰਦੇ, ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਹ ਕੂਰਾਲ। ਮੈਟਾਫੋਰ ਦੇ ਜ਼ਰੀਏ ਮੌਤ ਦੀ ਐਕਸਪਲੇਨੇਸ਼ਨ ਦਿੱਤੀ ਹੈ ਸਾਡੇ ਸਰੀਰ ਦੇ ਨਾਲ। ਪਰ ਗੁਰੂ ਬਾਬਾ ਜਿਹੜੀ ਉੱਥੇ ਮੈਟਾਫੋਰ ਸਿਰਜਦੇ, ਉਹ ਸਿਰਜਦੇ ਉਸ ਸਮਾਜ ਵਿੱਚ ਜਿੱਥੇ ਔਰਤ ਦੀ ਹੋਣੀ ਉਹਦੇ ਵਿਵਾਹੁਤਾ ਸਾਥੀ, ਖਾਸ ਕਰਕੇ ਮਰਦ ਦੇ ਉੱਤੇ ਡਿਪੈਂਡ ਕਰਦੀ। ਤਿੱਚਰ ਵਸੈ ਸੁਹੇਲੜੀ, ਉਤਨੀ ਦੇਰ ਤੱਕ ਹੀ ਤੂੰ ਐਜ਼ ਏ ਵੂਮੈਨ, ਐਜ਼ ਏ ਲੇਡੀ, ਐਜ਼ ਏ ਔਰਤ ਸੁਖੀ ਵਸਦੀ ਹੈ ਜਿੰਨੀ ਦੇਰ ਤੱਕ ਤੇਰਾ ਮਰਦ ਸਾਥੀ ਤੇਰੇ ਨਾਲ ਹੈ। ਭਾਵ ਉਸ ਦੇ ਤੂੰ ਜਿਹੜਾ ਹੈਗਾ ਉਹਦੇ ਉਹ ਐਜ਼ ਏ ਪਤੀ ਦੇ ਤੌਰ 'ਤੇ, ਐਜ਼ ਏ ਤੇਰੀ ਇੱਜ਼ਤ ਪੱਦ ਟੱਕਣ, ਤੇਰੇ ਫਾਈਨੈਂਸ਼ੀਅਲ ਸਾਰੇ ਸੋਰਸਸ ਪੂਰੇ ਕਰਨ, ਤੈਨੂੰ ਸਮਾਜ ਵਿੱਚ ਇੱਜ਼ਤ ਦਿਵਾਉਣ ਦੇ ਵਿੱਚ ਉਹ ਪੂਰੀ ਤਰ੍ਹਾਂ ਉਹ ਹੈਲਪ ਕਰ ਰਿਹਾ ਹੈਗਾ। ਜੇ ਸਮਹਾਓ ਉਹ ਤੇਰੇ ਤੋਂ ਦੂਰ ਹੋ ਜਾਏ, ਨੈਚੁਰਲ ਕਾਰਨ ਹੋ ਸਕਦਾ ਹੈ, ਡੈਥ ਹੋ ਸਕਦੀ ਹੈ, ਕੋਈ ਵੈਸੇ ਕਾਰਨ ਹੋ ਜਾਏ ਜਿਹਦੇ ਵਿੱਚ ਉਹ ਮਤਲਬ ਅਨਬਨ ਬਣ ਜਾਏ ਜਾਂ ਕੁਝ ਇਸ ਕਿਸਮ ਦਾ,
ਫਿਰ ਤਾਂ ਖਾਕੂ ਰਾਲ ਤੇਰੀ ਹੋਣੀ ਮਿੱਟੀ ਵਿੱਚ ਰੁਲ ਜਾਏਗੀ। ਤੇ ਸਮਾਜਾਂ 'ਚ ਇਹ ਚੀਜ਼ ਅਜੇ ਤੱਕ ਵੀ ਤੁਸੀਂ ਦੇਖਦੇ ਹੋ, ਮਤਲਬ ਇਹ ਚੀਜ਼ਾਂ ਅਜੇ ਤੱਕ ਵੀ ਕਿਤੇ ਨਾ ਕਿਤੇ ਉਕਰੀਆਂ ਪਈਆਂ ਉਸ ਸਾਰੇ ਰੂਪ ਦੇ ਵਿੱਚ। ਸੋ ਇਸ ਕਿਸਮ ਦੀ ਐਗਜ਼ਾਮਪਲ ਗੁਰੂ ਬਾਬਾ ਜੀ ਬਿਆਨ ਕਰਦੇ। ਫਿਰ ਆਪ ਦੇਖੋਗੇ ਕਿ ਜਿਸ ਸਮਾਜ 'ਚ ਇਹੋ ਜਿਹੀ ਹਾਲਤ ਹੋਏਗੀ, ਉੱਥੇ ਫਿਰ ਔਰਤ ਦੀ ਵੋਇਸ, ਆਵਾਜ਼ ਕਿੰਨੀ ਕੁ ਹੋਏਗੀ? ਉਹ ਆਵਾਜ਼ ਰੇਜ਼ ਕਰਨ ਲੱਗਿਆ ਮੈਂ ਡਰੇਗੀ ਵੀ ਕਿਤੇ ਐਸਾ ਨਾ ਹੋਵੇ ਮੇਰੀ ਆਵਾਜ਼ ਨਿਕਲਣ ਦੇ ਨਾਲ, ਮੇਰੇ ਕਹਿਣ ਨਾਲ, ਮੇਰੇ ਓਪੀਨੀਅਨ ਦੇ ਨਾਲ ਇਹ ਜੋ ਸ਼ੋਅ ਰਨ ਹੋ ਰਿਹਾ ਹੈ, ਜੋ ਪਰਿਵਾਰ ਚੱਲ ਰਿਹਾ, ਜਾਂ ਜੋ ਮੇਰੀ ਹੋਣੀ ਹੈ ਥੋੜ੍ਹੀ ਬਹੁਤੀ, ਉਹ ਸੁਧਰਨ ਦੀ ਬਜਾਏ ਖਰਾਬ ਹੋ ਜਾਏ। ਸੋ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ। ਮਗਰ ਫਿਰ ਵੀ ਜਿਹੜਾ ਹਿਊਮਨ ਮਾਈਂਡ ਆ, ਉਹ ਤੇ ਕੁਝ ਨਾ ਕੁਝ ਆਪਣੇ ਵਾਸਤੇ ਕੰਫਰਟ ਵੀ ਲੱਭਦਾ ਹੈ, ਕੁਝ ਨਾ ਕੁਝ ਆਪਣੀ ਆਵਾਜ਼ ਸੁਣਾਉਣੀ ਵੀ ਚਾਹੁੰਦਾ। ਫਿਰ ਕੀ ਕੀਤਾ ਜਾਏ? ਫਿਰ ਇਹੋ ਜਿਹੇ ਦੇ ਵਿੱਚ ਕਈ ਵਾਰ ਸੁਪਰਸਟੀਸ਼ੀਅਸ ਬਿਲੀਵ ਸਿਸਟਮ ਆ ਜਾਂਦੇ ਨੇ। ਕਈ ਵਾਰ ਬੰਦੇ ਦਾ ਰੈਸ਼ਨਲ ਮਾਈਂਡ ਅੰਦਰ ਕਹਿ ਰਿਹਾ ਹੁੰਦਾ ਕੁਝ ਨਹੀਂ ਹੋਣਾ ਇਹਦੇ ਨਾਲ, ਪਰ ਸਮਹਾਓ ਜੇ ਕੁਝ ਹੋ ਜਾਏ ਤੇ, ਜੇ ਕੁਝ ਬਣ ਜਾਏ ਤੇ ਹੋਪ ਥੋੜ੍ਹਾ ਛੱਡ ਸਕਦੇ ਹਾਂ, ਉਮੀਦ ਥੋੜ੍ਹਾ ਛੱਡ ਸਕਦੇ ਹਾਂ, ਆਸ ਥੋੜ੍ਹਾ ਛੱਡ ਸਕਦੇ ਹਾਂ। ਪਰ ਲੋਕ ਸਟਰਗਲ ਕਰੀ ਜਾਂਦੇ ਇਹਦੇ ਨਾਲ। ਸੋ ਉਹਦੇ ਨਾਲ ਫਿਰ ਕੀ ਕਹਿੰਦਾ ਕਿ ਉਹ ਟੂਣੇ ਕਰਨ ਲੱਗ ਜਾਂਦੀਆਂ, ਤਵੀਤ ਤਾਗੇ, ਇਹ ਸਭ ਚੀਜ਼ਾਂ, ਤਾਂ ਕਿ ਕੋਈ ਕੁਛ ਤੇ ਮੰਤਰ ਵਰਕ ਕਰੇਗਾ, ਕੁਛ ਨਾ ਕੁਛ ਤੇ ਹੋਏਗਾ। ਸੋ ਇਸ ਸਾਰੇ ਦੇ ਵਿੱਚ ਫਿਰ ਉਹ ਕਾਮਣ ਕਰਦੀਆਂ ਇਹੋ ਜਿਹੇ ਟੂਣੇ ਟਪਾਰ, ਉਹ ਸਭ ਚੀਜ਼ਾਂ। ਗੁਰੂ ਸਾਹਿਬ ਨੇ ਕਿਹਾ ਕਰਤਾਰ ਦਾ ਅਕਾਲ ਪੁਰਖ ਵਾਹਿਗੁਰੂ ਦੀ ਮਿਸਾਲ ਦਿੰਦਿਆਂ ਹੋਇਆਂ, ਜੇ ਉਸ ਪਤੀ ਪਰਮੇਸ਼ਰ ਨੂੰ ਵਸ ਕਰਨਾ ਆ ਤੇ ਫਿਰ ਇੱਕ ਤਰ੍ਹਾਂ ਦਾ ਟੂਣਾ ਪੱਕਾ ਕੰਮ ਕਰੇਗਾ। ਉਹ ਕਿਹੜਾ? ਗੁਣ ਕਾਮਣ ਕਰੇ। ਜਿਹੜੀਆਂ ਜੀਵਾਤਮਾਵਾਂ ਗੁਣਾਂ ਦੇ ਟੂਣੇ ਕਰਦੀਆਂ ਨੇ, ਗੁਣਾਂ ਦੇ ਉੱਤੇ ਹੀ ਉਸ ਸਾਜਨ ਨੂੰ ਵਸ ਕੀਤਾ ਜਾ ਸਕਦਾ। ਇੱਥੇ ਜਿਹੜਾ ਬਚਨ ਆ ਰਿਹਾ ਨਾ, ਗੁਰੂ ਸਾਹਿਬ ਅੱਜ ਬਿਆਨ ਕਰ ਰਹੇ ਨੇ, ਸੰਤ ਸਾਜਨ ਹਰ ਮੰਤਰ ਦਿੜਾਇਆ, ਹਰ ਸਾਜਨ ਵਸਗਤ ਕੀਨੇ ਰਾਮ। ਸਾਜਨ ਵਸਗਤ ਹੋ ਸਕਦੇ ਨੇ। ਸਾਜਨ ਮੀਨ ਅਕਾਲ ਪੁਰਖ ਵਾਹਿਗੁਰੂ। ਹੁਣ ਅਕਾਲ ਪੁਰਖ ਵਾਹਿਗੁਰੂ ਸਾਜਨ, ਹਾਂ ਭਾਈ, ਜੇ ਆਪਾਂ ਕੁਝ ਹੋਰ ਚੀਜ਼ਾਂ ਨੂੰ ਸਾਜਨ ਬਣਾ ਲਾਂਗੇ ਆਪਣੇ ਨਾਲ। ਆਪਾਂ ਇੱਕ ਸ਼ਬਦ ਹੋਰ ਦੇਖਦੇ ਹਾਂ, ਇਹਦੀ ਉਥਾਨਕ ਕਹਿੰਦੀ ਏ, ਗੁਰੂ ਨਾਨਕ ਸਾਹਿਬ ਨੇ ਸ਼ਬਦ ਸੱਜਣ ਸ਼ੇਖ ਦੀ ਉਸ ਧਰਮਸਾਲ ਦੇ ਵਿੱਚ ਜਿੱਥੇ ਉਹ ਲੋਕਾਂ ਨੂੰ ਕਤਲ ਕਰਦਾ ਸੀ, ਉੱਥੇ ਉਚਰਿਤ ਕੀਤਾ ਸੀ ਉਸ ਰਾਤ। ਗੁਰੂ ਗ੍ਰੰਥ ਸਾਹਿਬ ਸ਼ਬਦ ਮੌਜੂਦ ਹੈ, ਅਸੀਂ ਉਹਨੂੰ ਪੜ੍ਹਦੇ ਹੈਗੇ ਹਾਂ। ਸਭ ਜ਼ਿਕਰ ਕਰਦੇ ਕਿ ਉੱਜਲ ਕੇ ਹਾਂ ਚਿਲਕਣਾ ਚੋੜੀ, ਉਹ ਬੜਾ ਚਮਕਦਾਰ ਹੈ, ਬੜਾ ਲਿਸ਼ਕਦਾ ਹੈ। ਕੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਣ। ਉਹਦੇ 'ਚ ਫਿਰ ਸੱਜਣ ਸ਼ਬਦ ਯੂਜ਼ ਕੀਤਾ ਆ। ਇਸ ਤਰ੍ਹਾਂ ਹੈਗਾ, ਮੈਂ ਚੰਗਾ ਬਣ ਕੇ ਵਿਖਾਉਣਾ ਆ, ਪਰ ਚੰਗਾ ਹੈ ਨਹੀਂਗਾ। ਇਸ ਤੋਂ ਗਲਤ ਗੱਲ ਕੋਈ ਨਹੀਂ ਹੋ ਸਕਦੀ। ਇਹਦੇ 'ਚ ਬੰਦਾ ਕਹਿ ਲਓ ਕਿ ਮਤਲਬ ਦੋ ਚੀਟ ਮਾਰਗ ਮਿਲ ਗਏ ਇਹਦੇ ਵਿੱਚ, ਦੋ ਤਰ੍ਹਾਂ ਦੇ ਨਾਲ ਉਹ ਡੂਅਲ ਚੀਟਿੰਗ 'ਚ ਆ ਗਿਆ। ਇੱਕ ਤਾਂ ਮੈਂ ਦੂਜਿਆਂ ਨੂੰ ਚੀਟ ਕਰਨ ਦੀ ਟਰਾਈ ਕਰ ਰਿਹਾ ਵੀ ਮੈਂ ਚੰਗਾ ਬੜਾ ਆ, ਇੱਕ ਆਪਣੇ ਆਪ ਨੂੰ ਵੀ ਚੀਟ ਕਰ ਰਿਹਾ ਮੈਂ ਬੜਾ ਚੰਗਾ ਆ। ਇਨ ਡੀਪ ਕਿਤੇ ਮੈਨੂੰ ਪਤਾ ਆ ਇਹ ਤੇ ਹੈ ਨਹੀਂ ਗੀ ਚੀਜ਼। ਇਸ ਕਰਕੇ ਜਿਹੜਾ ਉਹ ਸੱਜਣਤਾ ਦਾ ਚੋਗਾ ਆ, ਉਹ ਵਿਖਾਵਾ ਆ, ਉਹ ਨਾਲ ਨਹੀਂ ਚੱਲਦਾ, ਉਹ ਇੱਕ ਜਗ੍ਹਾ ਤੇ ਜਾ ਕੇ ਟੁੱਟ ਜਾਂਦਾ ਆ। ਇਹਨੂੰ ਅਸੀਂ ਅੱਜ ਦੇ ਸਮਾਜ ਵਿੱਚ ਹਿਪੋਕ੍ਰੇਸੀ ਕਹਿੰਦੇ ਹਾਂ। ਮਤਲਬ ਇਹ ਬੰਦਾ ਦਿਸਦਾ ਕੁਝ ਹੈ ਕੁਝ ਹੈ, ਤੇ ਜਿਹੜਾ ਦਿਸਦਾ ਕੁਝ ਹੈ ਕੁਝ ਹੈ। ਜਦੋਂ ਕਿਤੇ ਮਦਰ ਨੇਚਰ ਦੀ ਕੋਟ ਲੱਗੇਗੀ, ਜਦੋਂ ਕਰਤਾਰ ਆਪਣਾ ਦਰਬਾਰ ਲਾਏਗਾ, ਉੱਥੇ ਤੇ ਸਭ ਚੀਜ਼ਾਂ ਸਾਫ਼ ਹੋ ਜਾਣਗੀਆਂ। ਉੱਥੇ ਤੇ ਖੋਟੇ ਤੇ ਖਰੇ ਦਾ ਪਤਾ ਲੱਗ ਜਾਏਗਾ। ਫਿਰ ਕੀ ਬਣੇਗਾ? ਫਿਰ ਉਹ ਸੱਜਣਤਾ ਜਿਹੜੀ ਮੈਂ ਲੋਕਾਂ ਨੂੰ ਇਜ਼ਹਾਰ ਕਰ ਰਿਹਾ, ਵਿਖਾ ਰਿਹਾ, ਉਹ ਮੇਰੇ ਨਾਲ ਤੇ ਨਹੀਂ ਚੱਲੇਗੀ ਨਾ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ। ਗੁਰੂ ਸਾਹਿਬ ਅੱਜ ਸ਼ਬਦ 'ਚ ਬਿਆਨ ਕਰਦੇ ਹੋ, ਸੱਜਣ ਸ਼ੇਖ, ਜਿਹੜੀ ਸੱਜਣਤਾ ਤੂੰ ਲੋਕਾਂ ਨੂੰ ਵਿਖਾ ਕੇ ਠੱਗ ਰਿਹਾ ਹੈ, ਆਪਣੇ ਆਪ ਨੂੰ ਕਹਿੰਦਾ ਕਿ ਤੇਰੇ ਬਾਰੇ ਤੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਤੂੰ ਤੇ ਬੜਾ ਵਧੀਆ ਸੱਜਣ ਹੈ, ਆਪਣੇ ਇਸ ਤਰੀਕੇ ਨਾਲ। ਉਹ ਭਲੇ ਬੰਦੇ, ਇਹ ਸੱਜਣਤਾ ਜਿਹੜੀ ਹੈ ਇਹ ਤੇਰੇ ਨਾਲ ਨਹੀਂ ਚੱਲਣੀ ਹੈ, ਤੈਨੂੰ ਖੁਦ ਨੂੰ ਪਤਾ ਹੈ। ਕਿਉਂ ਚੀਟ ਕਰਦਾ ਆਪਣੇ ਆਪ ਨੂੰ? ਉਹ ਸੱਜਣ ਬਣ ਜਿਹੜਾ ਨਾਲ ਚੱਲਣ ਵਾਲਾ। ਤੇ ਨਾਲ ਚੱਲਣ ਵਾਲਾ ਸੱਜਣ ਕੀ ਹੈ? ਅਸਲ ਰੂਪ ਵਿੱਚ ਆਪਣੇ ਅੰਦਰ ਗੁਣ ਪੈਦਾ ਕਰਨੇ, ਅਸਲ ਰੂਪ ਵਿੱਚ ਆਪਣੇ ਆਪ ਨੂੰ ਓਨੈਸਟ ਹੋ ਜਾਣਾ, ਇਮਾਨਦਾਰ ਹੋ ਜਾਣਾ, ਦਿਆਨਤਦਾਰ ਹੋ ਜਾਣਾ। ਇਸ ਸਾਰੇ ਵਾਸਤੇ ਸਾਨੂੰ ਕੋਈ ਮੰਤਰ ਦ੍ਰਿੜ ਕਰਾਏ, ਕੋਈ ਸਿੱਖਿਆ ਦੇ, ਕੁਛ ਸਮਝ ਦੇ, ਕੁਛ ਲੈਵਲ ਤੇ ਸਮਝਾਏ ਸਾਨੂੰ। ਬੰਦਾ
ਇੱਕ ਲੈਵਲ 'ਤੇ ਹੋਰ ਮੈਂ ਬਾਤ ਕਰ ਦਿੰਦਾ ਇਹਦੇ ਨਾਲ ਹੀ। ਸਪੋਜ਼ ਇਹ ਦੇਖੋ ਕਿ ਬੰਦੇ ਨੂੰ ਗੁੱਸਾ ਆਉਂਦਾ ਹੈ, ਬੰਦਾ ਉਹਨੂੰ ਕਹਿੰਦਾ ਗੁੱਸੇ ਨੂੰ ਪੀ ਜਾਣਾ, ਪੀ ਗਿਆ, ਦਬਾ ਲਿਆ, ਉਹ ਪ੍ਰੈਸ ਕਰਤਾ। ਹੁਣ ਉਹ ਪ੍ਰੈਸ ਕਰਤਾ, ਉਹ ਕਾਹਦੇ 'ਚ ਕਨਵਰਟ ਹੋਏਗਾ? ਉਹ ਕਨਵਰਟ ਹੋਏਗਾ ਅੰਦਰ ਖਿੱਚ ਵਿੱਚ, ਬਾਹਰ ਵਿਖਾ ਨਹੀਂ ਸਕਦਾ। ਅਲਟੀਮੇਟਲੀ ਬਣੇਗਾ ਕੀ? ਬਿਮਾਰੀ, ਅੰਦਰ ਦੀ ਕੋਈ ਬਿਮਾਰੀ ਬਣੇਗਾ, ਰੋਗ ਬਣੇਗਾ ਕੋਈ। ਉਸ ਰੋਗ ਲਈ, ਕਿਉਂਕਿ ਜਿਹਦੇ ਕਰਕੇ ਉਹ ਗੁੱਸਾ ਆ ਰਿਹਾ, ਸਭ ਚੀਜ਼ਾਂ ਹੋ ਰਹੀਆਂ, ਦਬਾ ਰਿਹਾ, ਉਹ ਐਨਮੀ ਦਿਸੇਗਾ, ਉਹ ਰੀਜ਼ਨ ਬਣੇਗਾ। ਆਪਣੇ ਵੱਲੋਂ ਤੇ ਬੰਦਾ ਐਫਰਟ ਪਾ ਰਿਹਾ ਹੈ ਕਿ ਮੈਂ ਗੁੱਸਾ ਨਾ ਕਰਾਂ, ਮੈਂ ਗੁੱਸਾ ਨਾ ਵਿਖਾਵਾਂ, ਮੈਂ ਇਹਨੂੰ ਦਬਾ ਲਵਾਂ, ਪੀ ਲਵਾਂ, ਤੇ ਜਿਹਦੇ ਕਰਕੇ ਉਹ ਚੀਜ਼ ਆ ਰਹੀ ਹੈ ਉਹਦੇ ਪ੍ਰਤੀ ਅੰਦਰ ਐਨਮਿਟੀ ਜਿਹੜੀ ਹੈ, ਦੁਸ਼ਮਣੀ ਵਧੀ ਜਾ ਰਹੀ ਹੈ। ਹੁਣ ਰਿਸ਼ਤਾ ਕਿਵੇਂ ਸੰਭਲੇ, ਕਿਵੇਂ ਬਣੇ? ਇਹ ਜਿਹੜੀ ਅਲਾਮਤ ਆ, ਆਖਰਕਾਰ ਬੰਦਾ ਕਿੰਨੀ ਦੇਰ ਕੈਰੀ ਕਰੇਗਾ? ਫਿਜ਼ੀਕਲੀ, ਮੈਂਟਲੀ ਇੱਕ ਦਿਨ ਹਾਲਾਤ ਵਿਗੜ ਜਾਣਗੇ। ਜਿਹਨੂੰ ਇਹਨਾਂ ਮੁਲਕਾਂ 'ਚ ਸੀ ਨਾ ਬਰਨ ਆਊਟ ਹੋ ਜਾਣਾ। ਬੰਦਾ ਮਤਲਬ ਬਰਨ ਤੇ ਅੰਦਰੋਂ ਹੋ ਰਿਹਾ ਸੀਗਾ, ਪਰ ਰੋਕ ਨਹੀਂ ਪਾਇਆ। ਹੁਣ ਬਾਹਰ ਆ ਗਿਆ, ਉਹ ਕਈ ਢੰਗਾਂ ਨਾਲ, ਕਈ ਤਰੀਕਿਆਂ ਨਾਲ ਆ ਗਿਆ। ਉਹ ਜਿਹੜਾ ਸਜਨ ਸੀਗਾ, ਪਤਾ ਲੱਗਾ ਸਜਨ ਨਹੀਂ ਗਾ, ਇਹ ਤੇ ਅਸਲ ਵਿੱਚ ਕੂ ਜਾਣਾ ਹੈ, ਇਹ ਤੇ ਦੁਰ ਜਾਣਾ ਹੈ, ਇਹ ਤੇ ਅੰਦਰ ਕੁਝ ਹੋ ਰਿਹਾ। ਗੁਰੂ ਬਾਬਾ ਜੀ ਕਹਿੰਦੇ ਮੈਨੂੰ ਕੁਝ ਇਹੋ ਜਿਹੀ ਰੂਹਾਂ ਦੀ ਸੰਗਤ ਮਿਲੀ, ਮੈਨੂੰ ਸਜਨ ਬਣਨਾ ਆ ਗਿਆ। ਇਹ 'ਚ ਮੈਂ ਜਿਹੜੀ ਐਗਜ਼ਾਮਪਲ ਪਹਿਲਾਂ ਕੀਤੀ ਹੈ ਪ੍ਰੈਕਟੀਕਲ ਲਾਈਫ ਵਿੱਚੋਂ, ਫਿਰ ਉਹਨੂੰ ਥੋੜ੍ਹਾ ਹੋਰ ਐਲੈਬੋਰੇਟ ਕਰ ਦਿੰਦਾ ਵਾਂ। ਹੁਣ ਸਪੋਜ਼ ਕਰੋ ਕਿਸੇ ਅਮਲ ਕਰਕੇ ਗੁੱਸਾ ਆਉਂਦਾ ਹੈ, ਇਟਸ ਨੋਰਮਲ ਥਿੰਗ। ਉਹ ਪ੍ਰੈਸ ਕਰਨਾ, ਇਟਸ ਨੋਰਮਲ ਥਿੰਗ। ਉਹਨੂੰ ਦੱਸਣਾ, ਗੁਰੂ ਸਾਹਿਬ ਦੇਖੋ, ਤੁਸੀਂ ਆਪਣੀ ਹਿਸਟਰੀ ਪੜ੍ਹੋ। ਹੁਣ ਮੈਦਾਨੇ ਜੰਗ ਆ, ਗੁਰੂ ਸਾਹਿਬ ਜੰਗ 'ਚ ਖੜੇ ਨੇ, ਤੇ ਜੰਗ ਦੇ ਵਿੱਚ ਅਫੈਂਸਿਵ ਹੋ ਕੇ ਨਹੀਂ ਖੜੇ। ਮਤਲਬ ਇਹ ਨਹੀਂ ਕਿ ਮੈਂ ਕਿਸੇ ਤੇ ਅਟੈਕ ਕਰਨਾ ਹੈ, ਮਾਰਨਾ, ਡਿਫੈਂਸ ਵਾਸਤੇ। ਕਿ ਭਾਈ ਕਈ ਵਾਰ ਪਾਗਲਪਨ ਹੁੰਦਾ ਹੈ, ਵਹਿਸ਼ੀ ਜਾਨਵਰ ਨੂੰ ਪਤਾ ਨਹੀਂ ਆਪਣੇ ਆਪੇ ਦਾ, ਆਪਣੇ ਕੰਟਰੋਲ ਦਾ, ਤੇ ਉਹ ਕਿਸੇ ਤੇ ਹਮਲਾ ਕਰ ਸਕਦਾ ਹੈ, ਤੇ ਉਸਨੂੰ ਬੰਦੇ ਦਾ ਫਰਜ਼ ਬਣਦਾ ਕਿ ਆਪਣੀ ਰੱਖਿਆ ਕਰੇ। ਮੈਦਾਨੇ ਜੰਗ ਦੇ ਵਿੱਚ ਤੀਰ ਚਲਾ ਰਿਹਾ, ਇੱਕ ਚਲਾਉਂਦਾ, ਦੋ ਚਲਾਉਂਦਾ, ਤੀਸਰਾ ਚਲਾਉਂਦਾ, ਗੁਰੂ ਸਾਹਿਬ ਦੀ ਕਹਿੰਦੇ ਨੇ ਕਿ ਪੇਟੀ ਦੇ ਵਿੱਚ ਲੱਗਦਾ ਹੈ। ਜਿਹੜਾ ਕਮਰ ਕਾਸੇ ਦੀ ਪੇਟੀ ਸੀ, ਉਹਦੇ ਨਾਲ ਤੀਰ ਦੀ ਨੋਕ ਅੰਦਰ ਲੱਗਦੀ, ਖੂਨ ਦੀ ਧਾਰਾ ਨਿਕਲਦੀ ਹੈ। ਤੇ ਸਾਡੇ ਉੱਥੇ ਤਵਾਰੀਖੀ ਬੋਲੇ ਨੇ, ਜਬੈ ਬਾਨ ਲਾਗਿਓ ਤਬੈ ਰੋਸ ਜਾਗਿਓ। ਗੁਰੂ ਸਾਹਿਬ ਉੱਥੇ ਕੋਈ ਹਿਪੋਕ੍ਰੇਸੀ ਨਹੀਂ ਵਿਖਾਉਂਦੇ, ਨਾ ਇਹ ਕਹਿੰਦੇ ਵੀ ਕੋਈ ਗੱਲ ਨਹੀਂ, ਤੂੰ ਮਾਰ ਦਿੱਤਾ ਤਾਂ ਕੀ ਫਰਕ ਪੈ ਗਿਆ। ਕਹਿੰਦੇ ਨਾ ਭਾਈ, ਹੁਣ ਤੂੰ ਮਾਰਿਆ, ਹੁਣ ਤੇਰੀ ਵਾਰੀ ਹੈ। ਤੇ ਇੱਕ ਸਿੰਪਲ ਚੀਜ਼ ਹੈ, ਇਹ ਲਾ ਆ, ਇਸ ਲਾ ਦੇ ਵਿੱਚ ਹੁਣ ਦੇਖ ਮੈਦਾਨੇ ਜੰਗ ਆ, ਇਹਦੇ ਵਿੱਚ ਤੂੰ 2 ਵਾਰ ਕੀਤੇ, ਕੋਈ ਗੱਲ ਨਹੀਂ, ਤੀਸਰਾ ਮੈਨੂੰ ਲੱਗਾ ਆ ਕੇ ਹੁਣ ਮੇਰਾ ਰੱਖਿਆ ਕਰਨਾ ਫਰਜ਼ ਬਣਦਾ। ਨਾਓ ਆਈ ਵਿਲ ਡੂ ਮਾਈ ਐਕਚੁਅਲੀ, ਹੁਣ ਮੇਰੀ ਟਰਨ ਆ ਗਈ ਇਹਦੇ ਵਿੱਚ। ਉਹਨੂੰ ਜੇ ਆਪਾਂ ਪ੍ਰੈਕਟੀਕਲ ਲਾਈਫ ਵਿੱਚ ਲੈ ਆਈਏ, ਦੇਖੋ ਗੱਲ ਇਹ ਹੈ, ਕਿਸੇ ਦੇ ਨਾਲ ਤੁਹਾਨੂੰ ਗੁੱਸਾ ਹੈ, ਗਿਲਾ ਹੈ, ਕੋਈ ਚੀਜ਼ ਹੈ, ਇਹ ਨਹੀਂ ਕਿ ਉਹਨੂੰ ਪ੍ਰੈਸ ਕਰਨਾ ਆ, ਉਹਦਾ ਇਜ਼ਹਾਰ ਕਰੋ। ਹਾਂ, ਇਜ਼ਹਾਰ ਕਰਨ ਦਾ ਤਰੀਕਾ ਜ਼ਰੂਰ ਲਵੋ, ਬਲਕਿ ਹੋਏ ਬੰਦਾ ਇਜ਼ਹਾਰ ਇਸ ਕਰਕੇ ਕਰੇ ਕਿ ਇੱਕ ਤੇ ਮੇਰੇ ਅੰਦਰ ਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਮੈਂ ਐਕਸਪ੍ਰੈਸ ਕਰ ਸਕਾਂ, ਦੂਸਰਾ ਮੇਰਾ ਪਰਪਸ ਇੱਥੇ ਕਿਸੇ ਨੂੰ ਨੁਕਸਾਨਣਾ ਜਾਂ ਕਿਸੇ ਨੂੰ ਡੈਮੇਜ ਕਰਨਾ ਨਹੀਂ ਗਾ, ਬਲਕਿ ਮੇਰਾ ਪਰਪਸ ਇੱਥੇ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਤੇ ਦੂਸਰੇ ਨੂੰ ਕਰੈਕਟ ਕਰਨਾ ਆ। ਇਹਦੇ ਵਾਸਤੇ ਟ੍ਰੇਨਿੰਗ ਚਾਹੀਦੀ ਹੈ, ਵਰਡਸ ਚਾਹੀਦੇ ਨੇ, ਸਭ ਤੋਂ ਵੱਡੀ ਚੀਜ਼ ਚਾਹੀਦੀ ਹੈ ਟਨਸ ਆਫ ਪੇਸ਼ੈਂਸ ਚਾਹੀਦਾ ਹੈ ਆਪਣੇ ਆਪੇ ਦੇ ਵਿੱਚ। ਇਹ ਮੰਤਰ ਸਜਨ ਨੇ ਦਿੜਾ ਦਿੱਤਾ, ਸਜਨ ਨੇ ਦੱਸ ਦਿੱਤਾ। ਜਿਵੇਂ ਗੁਰੂ ਬਾਬਾ ਜੀ ਕਿਤੇ ਵੀ ਇਹ ਚੀਜ਼ ਨਹੀਂ ਵਿਖਾਉਂਦੇ ਕਾਲਾ ਪੈ ਕੇ ਤੂੰ ਕੰਮ ਖਰਾਬ ਕਰੇ, ਹੈਕਟਿਕ ਹੋ ਕੇ, ਇੱਕਦਮ ਇੰਪੇਸ਼ੈਂਟ ਹੋ ਕੇ ਨਾ। ਇਹ ਗੁਣ ਨੇ, ਇਹਨਾਂ ਗੁਣਾਂ ਦੇ ਨਾਲ ਸਜਨ ਜਿਹੜਾ ਆ, ਰੱਬ ਜੀ ਅਕਾਲ ਪੁਰਖ ਵਾਹਿਗੁਰੂ ਉਹ ਨਵਾਜਦਾ ਆ। ਜਿਸ ਹੈ ਤੇ ਮਿੱਟੀ ਆ ਸਾਰੀ ਆ ਜੋ ਅਸੀਂ ਤੁਰੇ ਫਿਰਦੇ ਆ, ਜਿਸ ਮਿੱਟੀ ਦੇ ਵਿੱਚ ਵੱਧ ਪੇਸ਼ੈਂਸ ਹੋਏਗੀ, ਲੰਬੇਰੇ ਸਮੇਂ ਤੱਕ ਆਪਣੇ ਆਪ ਨੂੰ ਸੰਭਾਲਣ ਦੀ ਐਬਿਲਿਟੀ ਹੋਏਗੀ, ਮਦਰ ਨੇਚਰ ਉਹਨੂੰ ਜ਼ਿਆਦਾ ਗੁਣ ਦੇਵੇਗੀ, ਮਦਰ ਨੇਚਰ ਉਹਨੂੰ ਜ਼ਿਆਦਾ ਨਵਾਜੇਗੀ। ਬਸ ਇਹੀ ਚੀਜ਼ ਹੈ। ਫਿਰ ਬੰਦਾ ਉਹਦੇ ਵਿੱਚੋਂ ਹੀ ਕਹਿੰਦਾ ਰੱਬ ਦੀ ਕਿਰਪਾ ਹੈ ਜੀ। ਵਾਕਿਆ 'ਚ ਕਿਰਪਾ ਭਾਈ, ਜੀਵਨ ਦੇ ਭਾਵੇਂ ਪਦਾਰਥ ਨੇ, ਭਾਵੇਂ ਜੀਵਨ ਦੀਆਂ ਡਿਫਰੈਂਟ ਕਿਸਮ ਦੀਆਂ ਅਚੀਵਮੈਂਟਸ ਨੇ, ਇਹ ਸਭ ਉਹਦੇ ਨਾਲ ਜੁੜਦੀਆਂ ਨੇ। ਤੇ ਸਜਨ ਜਿੱਥੇ ਗੁਣ ਹੋਣਗੇ
ਗੁਣਾਂ ਦੀ ਗਾਹਕ ਤੇ ਪੂਰੀ ਦੁਨੀਆ ਆ। ਜਿੰਨੇ ਗੁਣ ਵਧਾਈ ਜਾਵਾਂਗੇ ਉਨਾ ਤੁਹਾਡੀ ਇਸ ਧਰਤੀ ਦੇ ਉੱਤੇ ਲੋੜ ਵਧੇਗੀ, ਤੁਹਾਨੂੰ ਇਸ ਧਰਤੀ ਦੇ ਉੱਤੇ ਰਿਸਪੈਕਟ ਮਿਲੇਗੀ। ਇਹ ਸਭ ਚੀਜ਼ਾਂ ਤੇ ਇਹੀ ਬੰਦੇ ਨੂੰ ਮਤਲਬ ਇੱਕ ਪਾਸੇ ਇਹ ਹੈ ਕਿ ਬੰਦੇ ਦੀ ਹੋਣੀ ਜਿਹੜੀ ਏ ਉਹ ਮਿੱਟੀ ਤੋਂ ਮਾੜੀ ਹੋ ਗਈ, ਦੂਸਰੇ ਪਾਸੇ ਬੰਦੇ ਨੂੰ ਕਿਹਾ ਜਾਂਦਾ ਤੂੰ ਨਾ ਰੱਬ ਦਾ ਨਾਂ ਲਿਆ ਕਰ। ਬੰਦਾ ਕਹਿੰਦਾ ਕਾਹਦਾ ਰੱਬ ਦਾ ਨਾਂ ਭਾਈ, ਮੇਰੀ ਤੇ ਕੋਈ ਰਿਸਪੈਕਟ ਹੀ ਨਹੀਂ, ਮੇਰੀ ਤੇ ਕੋਈ ਹੋਂਦ ਨੂੰ ਹੀ ਮੰਨਦਾ, ਮੇਰੀ ਤੇ ਕੋਈ ਹਾਲਤ ਇਹੋ ਜਿਹੀ ਹੈ। ਭਾਈ ਇਹ ਸਭ ਚੀਜ਼ਾਂ ਜਿਹੜੇ ਗੁਰ ਸੱਜਣ ਨੇ ਉਸ ਨੇ ਸਾਨੂੰ ਸਮਝਾ ਦਿੱਤੀਆਂ, ਉਹਨਾਂ ਸੰਤ ਜਨਾਂ ਨੇ ਸਾਡੀ ਝੋਲੀ ਪਾ ਦਿੱਤੀਆਂ, ਜੀਵਨ ਵਿੱਚ ਉਸਾਰੀ ਹੋਈ। ਹੌਲੀ ਹੌਲੀ ਜਦੋਂ ਉਸਾਰੀ ਹੋਈ, ਗੁਣ ਵਧੇ, ਜੀਵਨ ਦੇ ਵਿਹਾਰ 'ਚ ਤਬਦੀਲੀ ਆਈ। ਫਿਰ ਐਸਾ ਤਬਦੀਲੀ ਆਈ, ਇੰਝ ਲੱਗਾ ਸਾਡੇ ਸੁਭਾਅ ਦੇ ਵਿੱਚ ਅਸੀਂ ਨਹੀਂ ਵਸਦੇ। ਕਈ ਵਾਰ ਲੋਕ ਕਹਿ ਦਿੰਦੇ ਨੇ ਪਰਿਵਾਰਕ ਲਾਈਨ ਆ, ਜੈਨੇਟਿਕ ਮੇਕਅਪ ਆ ਰਿਹਾ, এনवायरमेंट ਆ ਹੈਗਾ, ਰਹਿਣ ਸਹਿਣ ਆ ਹੈਗਾ, ਬੰਦਾ ਬਿਲਕੁਲ ਦੇਵਤਾ ਆ। ਇਹ ਮਿਸਮੈਚ ਕਿਵੇਂ ਹੋ ਗਿਆ? ਕੋਈ ਮੰਤਰ ਦ੍ਰਿੜ ਹੋ ਗਿਆ ਅੰਦਰ, ਕੋਈ ਇਹੋ ਜਿਹੀ ਚੀਜ਼ ਅੰਦਰ ਆ ਗਈ ਜਿਸ ਨੇ ਜੀਵਨ 'ਚ ਇੱਕ ਨੈਕਸਟ ਲੈਵਲ ਦੀ ਉਸਾਰੀ ਲੈ ਆਂਦੀ। ਅਦਰਵਾਈਜ਼ ਅਸੀਂ ਸਾਰੇ ਬਾਏ ਪ੍ਰੋਡਕਟ ਆ ਆਪਣੇ ਜੈਨੇਟਿਕ ਮੇਕਅਪ ਦਾ ਜੋ ਪਿੱਛੋਂ ਆ ਰਹੀ ਨੇ। ਅਸੀਂ ਬਾਏ ਪ੍ਰੋਡਕਟ ਹੈਗੇ এনवायरमेंट ਦਾ, ਅਸੀਂ ਬਾਏ ਪ੍ਰੋਡਕਟ ਹੈਗੇ ਆ ਜਿਹੋ ਜਿਹੇ ਹਾਲਾਤ ਬਣਦੇ ਨੇ। ਜਿਹੜੇ ਸੰਤ ਜਨ ਨੇ ਉਹ ਸਾਨੂੰ ਇਸ ਸਾਰੇ ਦੇ ਵਿੱਚ ਵੀ ਇੱਕ ਚੰਗੇਰੀ ਹਾਲਤ ਵਿੱਚ ਲੈ ਆਉਂਦੇ ਨੇ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸੰਤ ਜਨਾ ਹਰ ਮੰਤਰ ਦ੍ਰਿੜਾਇਆ, ਹਰ ਸਾਜਨ ਵਸਗਤ ਕੀਨੇ ਰਾਮ। ਮੈਨੂੰ ਲੱਗਾ ਜਿਵੇਂ ਮੈਂ ਰੱਬ ਜੀ ਨੂੰ ਵਸ ਵਿੱਚ ਕਰ ਲਿਆ, ਉਹਦੇ ਗੁਣਾਤਮਕ ਪੱਖ ਨੂੰ ਅੰਦਰ ਅਪਣਾ ਲਿਆ। ਗੁਰੂ ਅਰਜਨ ਸਾਹਿਬ ਇਹ ਬਾਤ ਕਰਦੇ, ਫਿਰ ਕਿਹਾ ਆਪਨੜਾ ਮਨ ਆਗੈ ਧਰਿਆ, ਸਰਬਸ ਠਾਕੁਰ ਦੀਨੇ ਰਾਮ। ਆਪਨੜਾ ਮਨ ਆਗੇ ਧਰਿਆ। ਉਹ ਸੰਤ ਜਨਾਂ ਦੇ ਅੱਗੇ ਭੇਟਾ ਕੀ ਹੈ ਭਾਈ? ਕੋਈ ਭੇਟਾ ਵੀ ਤੇ ਦੇਣੀ ਪਏਗੀ ਨਾ, ਆਖਰਕਾਰ ਉਹਨਾਂ ਤੋਂ ਮੰਤਰ ਲੈਣਾ ਆ, ਤੇ ਮੰਤਰ ਫ੍ਰੀ ਤੇ ਮਿਲਦਾ ਨਹੀਂ, ਕੁਛ ਨਾ ਕੁਛ ਤੇ ਭੇਟ ਕਰਾਂਗੇ ਤਾਂ ਹੀ, ਕਿਉਂਕਿ ਗਿਵ ਐਂਡ ਟੇਕ ਮਦਰ ਨੇਚਰ ਦਾ ਲਾ ਆ, ਬਿਜ਼ਨਸ ਐਵੇਂ ਹੀ ਹੁੰਦਾ ਸਾਰਾ। ਦੇਣਾ ਕੀ ਉੱਤੇ? ਕਿਹਾ ਗਿਆ ਆਪਣਾ ਮਨ ਅੱਗੇ ਧਰਨਾ ਆ। ਸਾਖੀ ਰੂਪ ਵਿੱਚ ਬਾਤ ਕਹਿ ਦੇਣਾ, ਫਿਲਾਸਫਿਕਲੀ ਕਈ ਵਾਰੀ ਬੜੀ ਭਾਰੀ ਹੋ ਜਾਂਦੀ ਹੈ। ਅਸੀਂ ਸਾਖੀ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੈਦਪੁਰ, ਜਿਹਨੂੰ ਏਮਨਾਬਾਦ ਦੇ ਰੂਪ ਵਿੱਚ ਬਾਅਦ ਵਿੱਚ ਯਾਦ ਕੀਤਾ ਜਾਂਦਾ ਹੈ, ਉਸ ਗਿਰਾਂ ਗਏ, ਠਹਿਰਾ ਪਾਇਆ ਭਾਈ ਲਾਲੋ ਦੇ ਘਰ। ਮੈਂ ਕਈ ਵਾਰੀ ਸੋਚਦਾ ਹਾਂ ਕੈਸੀ ਹਸਤੀ ਹੋਏਗੀ ਭਾਈ ਲਾਲੋ ਜੀ, ਜਿਹਦੇ ਘਰ ਗੁਰੂ ਨਾਨਕ ਸਾਹਿਬ ਤੁਰ ਕੇ ਆਪ ਗਏ, ਉਹਦੀਆਂ ਬਰੂਹਾਂ ਤੇ ਖੜੇ ਹੋ ਕੇ ਉਹਦਾ ਦਰਵਾਜ਼ਾ ਖੜਕਾਤਾ। ਆਪ ਗੁਰੂ ਬਾਬਾ ਜੀ ਨੇ ਡੋਰ ਨੌਕ ਕੀਤੀ, ਜੇ ਬੂਹਾ ਖੁੱਲਿਆ ਤੇ ਅੱਗੋਂ ਕਹਿੰਦੇ ਨੇ ਭਾਈ ਲਾਲੋ ਜੀ ਦੇ ਘਰੋਂ ਸਵਾਣੀ ਉਹਨਾਂ ਦੀ ਨੇ, ਉਹਨੇ ਦਰਵਾਜ਼ਾ ਖੋਲ੍ਹ ਕੇ ਖੈਰ ਮਕਦਮ ਕਿਹਾ, ਜੀ ਆਇਆ ਕਿਆ, ਕੋਈ ਰੱਬੀ ਪੁਰਖ, ਕੋਈ ਮਹਾਂਪੁਰਖ ਮੇਰੇ ਗ੍ਰਹਿ ਵਿਖੇ ਮੇਰੇ ਵਿਹੜੇ 'ਚ ਆਇਆ ਹੈ। ਗੁਰੂ ਨਾਨਕ ਸਾਹਿਬ ਅੰਦਰ ਆਏ। ਭਾਈ ਲਾਲੋ ਜੀ ਉਹ ਆਪਣੀ ਲੱਕੜ ਦੀ ਕਾਰਜਗੁਜ਼ਾਰੀ ਕਰ ਰਹੇ ਨੇ, ਜੋ ਉਹਨਾਂ ਦਾ ਕੰਮ ਆ, ਉਹ ਤਰਖਾਣਾ ਕੰਮ ਨੂੰ ਕਰ ਰਹੇ ਹੈਗੇ ਨੇ, ਕੁਝ ਲੱਕੜ ਦੇ ਨਾਲ ਜਿਹੜਾ ਹੈਗਾ ਡੀਲ ਕਰ ਰਹੇ ਨੇ ਉਸ ਸਮੇਂ। ਬਾਬਾ ਨਾਨਕ ਜੀ ਅੰਦਰ ਆਏ ਤੇ ਲਾਲੋ ਵੱਲ ਦੇਖਿਆ। ਲਾਲੋ ਉੱਠ ਕੇ ਗੁਰੂ ਸਾਹਿਬ ਨੂੰ ਰਿਸਪੈਕਟ ਪੇ ਕਰਨ ਲਈ ਵਧਿਆ। ਗੁਰੂ ਸਾਹਿਬ ਨੇ ਸਹਿਜ ਸੁਭਾਏ ਕਿਹਾ, ਲਾਲੋ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ ਜੋ ਲੱਕੜ ਦੀ ਕਾਰਗੁਜ਼ਾਰੀ ਕਰ ਰਹੇ ਹੋ? ਲਾਲੋ ਆਪਣਾ ਮਨ ਕਦੋਂ ਘੜੇਗਾ? ਇਹ ਬਾਤ ਕਹਿ ਦਿੱਤੀ। ਨਾਲ ਹੀ ਕਿਹਾ ਕੁਝ ਮੰਜੇ ਪਏ ਨੇ, ਮੰਜੇ ਆਪ ਨੂੰ ਪਤਾ ਹੈ, ਚਾਰ ਬਾਹੀਆਂ ਦੇ ਨਾਲ ਉਹ ਚੌਕਟਾ ਬਣਾਇਆ ਜਾਂਦਾ। ਬਾਬਾ ਜੀ ਕਹਿੰਦੇ, ਉਹ ਲਾਲੋ ਸਾਰੀ ਉਮਰ ਮੰਜੀਆਂ ਦੀਆਂ ਕਾਣਾਂ ਕੱਢਦਾ ਰਹੇਗਾ, ਮਨ ਦੀ ਕਾਣ ਕਦੋਂ ਕੱਢੇਗਾ? ਇਹੋ ਜਿਹੀਆਂ ਬਾਤਾਂ ਦੋ ਚਾਰ ਕਹੀਆਂ। ਇੱਕਦਮ ਬੜੇ ਸਾਫ਼ ਉਸ ਵਰਕੇ ਦੀ ਤਰ੍ਹਾਂ ਭਾਈ ਲਾਲੋ ਦੇ ਮਨ 'ਤੇ ਗੱਲਾਂ ਉਕਰ ਗਈਆਂ, ਲਿਖੀਆਂ ਗਈਆਂ। ਬਾਬਾ ਜੀ ਨੂੰ ਰਿਸਪੈਕਟ ਪੇ ਕੀਤੀ। ਬਾਬਾ ਜੀ ਬੈਠੇ, ਕੁਝ ਨਗਰ ਦੇ ਲੋਕ ਆਏ, ਉਸ ਤਰੀਕੇ ਨਾਲ ਕਹਿ ਲਓ ਕਿ ਇੱਕ ਤਰ੍ਹਾਂ ਦਾ ਦੀਵਾਨ ਦਾ ਮਾਹੌਲ ਬਣਿਆ। ਗੁਰੂ ਸਾਹਿਬ ਠਹਿਰੇ, ਰਾਤ ਦਿਨ ਚੜ੍ਹਿਆ, ਫਿਰ ਸੰਗਤ ਹੋਈ ਪ੍ਰਭਾਤ ਸਮੇਂ ਦੀ। ਜਦੋਂ ਪਿੰਡ ਗਿਰਾਂ ਦੇ ਲੋਕ ਚਲੇ ਗਏ, ਹੁਣ ਰਹਿ ਗਏ ਭਾਈ ਲਾਲੋ ਜੀ, ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਤੇ ਭਾਈ ਲਾਲੋ ਜੀ। ਉਸ ਬੀਤੀ ਰਾਤ ਸਹੀ ਤਰ੍ਹਾਂ ਸੋ ਨਹੀਂ ਪਾਏ। ਉਹ ਗੱਲ ਵਾਰ-ਵਾਰ ਅੰਦਰ ਚੱਲਦੀ ਰਹੀ ਜੋ ਗੁਰੂ ਨਾਨਕ ਸਾਹਿਬ ਨੇ ਕਹੀ ਸੀ। ਹੁਣ ਜਦੋਂ ਸਿਰਫ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਤੇ ਆਪ ਰਹਿ ਗਏ, ਤੇ ਗੁਰੂ ਨਾਨਕ ਸਾਹਿਬ ਦੇ ਕੋਲ ਥੋੜ੍ਹਾ ਹੋਰ ਬੈਠ ਕੇ, ਨੇੜੇ ਹੋ ਕੇ ਕਹਿੰਦੇ, ਬਾਬਾ ਜੀ
ਕੱਲ ਤੁਸੀਂ ਮੈਨੂੰ ਜਦੋਂ ਮੇਰੇ ਗ੍ਰਹਿ ਆਏ ਬੜਾ ਭਲਾ ਕੀਤਾ ਮੇਰਾ। ਤੁਸੀਂ ਕੁਝ ਗੱਲਾਂ ਕਹੀਆਂ ਸੀਗੀਆਂ ਮੈਨੂੰ। ਤੁਸੀਂ ਇਹ ਕਿਹਾ ਸੀਗਾ ਕਿ ਲਾਲੋ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ, ਮੰਜੀਆਂ ਦੀਆਂ ਕਾਣਾਂ ਹੀ ਕੱਢਦਾ ਰਹੇਗਾ, ਮਨ ਕਦੋਂ ਕੱਢੇਗਾ, ਜੀਵਨ ਦੀ ਕਾਣ ਕਦੋਂ ਕੱਢੇਗਾ। ਕਹਿਣ ਲੱਗਾ ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਬੜਾ ਸੋਚਿਆ ਇਸ ਗੱਲ ਬਾਰੇ। ਮੈਨੂੰ ਇਹ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਤੇ ਮੇਰੇ ਕੰਮ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਮੈਂ ਆਪਣੇ ਕੰਮ ਦਾ ਬੜਾ ਮਾਹਰ ਹਾਂ, ਐਕਸਪਰਟ ਹਾਂ। ਤੁਸੀਂ ਆਪਣੇ ਕੰਮ ਦੇ ਬੜੇ ਐਕਸਪਰਟ ਹੋ, ਮਾਹਰ ਹੋ, ਤੁਹਾਡੀ ਮੈਂ ਬੜੀ ਸਤੁਤੀ ਸੁਣੀ ਹੈ। ਮੇਰੇ ਕੰਮ ਦੀ ਮੁਹਾਰਤ ਜਿਹੜੀ ਹੈ, ਏਡਾ ਵੱਡਾ ਇਹ ਨਗਰ ਹੈ ਸੈਦਪੁਰ, ਇੱਥੇ ਜਾ ਕੇ ਤੁਸੀਂ ਕਿਸੇ ਨੂੰ ਪੁੱਛ ਲਵੋ, ਲਾਲੋ ਨੇ ਕਦੇ ਲੱਕੜ ਦੇ ਕੰਮ ਦੇ ਵਿੱਚ ਕੁਝ ਉਣਤਾ ਰੱਖੀ ਹੋਏ? ਬਿਲਕੁਲ ਨਹੀਂ। ਮੈਂ ਕਿਸੇ ਕੋਈ ਚਰਖਾ ਬਣਾਉਣਾ ਆ, ਕੋਈ ਹਲ ਪੰਜਾਲੀ ਬਣਾਉਣੀ ਆ, ਐਨੀ ਕਾਈਂਡ ਆਫ ਜਿਹੜਾ ਵੁੱਡ ਵਰਕ ਹੁੰਦਾ ਹੈ, ਬਹੁਤ ਵਧੀਆ ਤਰੀਕੇ ਨਾਲ ਕੀਤਾ, ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਗਈ। ਬਾਬਾ ਜੀ ਇਹ ਮੇਰੀ ਸਕਿੱਲ ਆ, ਇਹ ਮੇਰਾ ਹੁਨਰ ਆ, ਮੈਂ ਇਸ ਹੁਨਰ ਦੀ ਪੂਰੀ ਮੁਹਾਰਤ ਰੱਖਦਾ ਤੇ ਮੈਂ ਕਦੀ ਕਿਸੇ ਨੂੰ ਉਲਾਮਾ ਨਹੀਂ ਆਉਣ ਦਿੱਤਾ। ਬਾਬਾ ਜੀ ਮੈਂ ਇੰਨਾ ਹੀ ਕੰਮ ਕਰ ਸਕਣਾ, ਮੈਂ ਕਿੱਲੇ ਕੱਢ ਸਕਣਾ, ਮੈਂ ਲੱਕੜ ਦੀਆਂ ਚੀਜ਼ਾਂ ਬਣਾ ਸਕਦਾ ਆ, ਇਹ ਸਭ ਮੇਰੇ ਵਾਸਤੇ ਆ। ਬਾਬਾ ਜੀ ਤੁਹਾਡੇ ਤੇ ਮੇਰੇ 'ਚ ਫਰਕ ਬਹੁਤਾ ਨਹੀਂ ਹੈ। ਜੇ ਮੈਂ ਇਸ ਕਲਾ ਦਾ ਮਾਹਰ ਹਾਂ, ਜੇ ਮੈਂ ਇਹ ਆਰਟ ਜਾਣਨਾ ਆ, ਜੇ ਮੈਂ ਇਹ ਕਾਰਜ ਜਾਣਦਾ, ਤੁਸੀਂ ਥੋੜੇ ਜਿਹੇ ਫਰਕ ਨਾਲ ਇੱਕ ਦੂਜਾ ਕਾਰਜ ਕਰ ਦਿਓ। ਮੈਂ ਲੱਕੜਾਂ ਘੜਨੀਆਂ ਜਾਣਨਾ, ਮੈਂ ਲੱਕੜਾਂ ਘੜਦਾ ਆ, ਤੁਸੀਂ ਲੋਕਾਂ ਦੇ ਜੀਵਨ ਘੜਨੇ ਜਾਣਦੇ ਹੋ, ਤੁਸੀਂ ਲੋਕਾਂ ਦੇ ਜੀਵਨ ਕੱਢਦੇ ਹੋ। ਫਰਕ ਇਹ ਨਹੀਂ ਹੈ, ਹੈਗੇ ਅਸੀਂ ਦੋਨੋਂ ਹੀ ਕਲਾਕਾਰ ਹਾਂ, ਦੋਨੋਂ ਆਰਟ ਇੱਕ ਤਰ੍ਹਾਂ ਦਾ ਆਰਟ ਦਾ ਕੰਮ ਕਰਦੇ ਹਾਂ, ਦੋਨੋਂ ਹੀ ਇੱਕ ਤਰ੍ਹਾਂ ਦੇ ਨਾਲ ਇਸ ਕਿਸਮ ਦੀ ਜਿਹੜਾ ਹੈਗਾ ਕਾਰਜ ਵਿੱਚ ਲੱਗੇ ਹਾਂ। ਭਾਈ ਮਰਦਾਨਾ ਜੀ ਸੁਣ ਰਹੇ ਨੇ ਤੇ ਮੁਸਕਰਾ ਰਹੇ ਨੇ, ਲਾਲੋ ਜੀ ਕੈਸੀਆਂ ਪਹੇਲੀਆਂ ਪਾ ਰਹੇ ਨੇ। ਖੈਰ ਭਾਈ ਲਾਲੋ ਜੀ ਆਪਣੀ ਗੱਲ ਅੱਗੇ ਤੋਰੀ ਜਾਂਦੇ, ਕਹਿੰਦੇ ਬਾਬਾ ਤੁਸੀਂ ਕੱਲ ਕਿਹਾ ਸੀਗਾ ਓਏ ਲਾਲੋ ਸਾਰੀ ਉਮਰ ਕਿੱਲੇ ਹੀ ਘੜੇਗਾ, ਮੰਜੀਆਂ ਦੀਆਂ ਕਾਣਾਂ ਹੀ ਕੱਢੇਗਾ। ਬਾਬਾ ਹਕੀਕਤ ਇਹ ਹੈ, ਇਹੀ ਸਿੱਖਿਆ, ਇਹੀ ਆਉਂਦਾ, ਇਸ ਤੋਂ ਵੱਧ ਨਹੀਂ ਆਉਂਦਾ। ਬਾਬਾ ਹੁਣ ਤੁਸੀਂ ਇਹ ਬਾਤ ਕਹੀ ਹੈ ਤੇ ਤੁਸੀਂ ਆਪਣੇ ਫਨ ਦੇ ਬੜੇ ਮਾਹਰ ਹੋ, ਹੁਣ ਮੇਰੇ ਘਰ ਆਇਓ, ਮੈਨੂੰ ਤੁਸੀਂ ਖੁਦ ਕਹੀ ਇਹ ਬਾਤ। ਹੁਣ ਮੈਂ ਤੁਹਾਡੇ ਸਾਹਮਣੇ ਸਵਾਲ ਪਾ ਰਿਹਾ ਵਾਂ, ਮੈਂ ਮਨ ਨਹੀਂ ਕੱਢ ਸਕਦਾ, ਮੈਂ ਜੀਵਨ ਦੀ ਕਾਣ ਨਹੀਂ ਕੱਢ ਸਕਦਾ, ਇਹ ਤੁਸੀਂ ਕੱਢ ਸਕਦੇ ਹੋ। ਹੁਣ ਮੇਰੇ ਘਰ ਆਇਓ, ਮੇਰੇ ਘਰੋਂ ਜਾਇਆ ਜੇ ਉਦੋਂ ਜਦੋਂ ਮੇਰਾ ਮਨ ਘੜਿਆ ਗਿਆ, ਨਹੀਂ ਤੇ ਲੋਕੀ ਉਲਾਮਾ ਦੇਣਗੇ ਗੁਰੂ ਨਾਨਕ ਸਾਹਿਬ ਅਧੂਰਾ ਕੰਮ ਛੱਡ ਗਏ। ਮੇਰੇ ਘਰ ਆਇਓ, ਤੁਸੀਂ ਸਵਾਲ ਪਾਇਆ ਹੈ ਜੀਵਨ ਦੀ ਕਾਣ ਕੱਢਣ ਦਾ। ਬਾਬਾ ਹੁਣ ਇਸ ਘਰ ਤੋਂ ਪੈਰ ਉਦੋਂ ਬਾਹਰ ਪਾਇਓ ਜਦੋਂ ਜੀਵਨ ਦੀ ਕਾਣ ਨਿਕਲ ਗਈ, ਕਿਉਂਕਿ ਹੁਣ ਸਵਾਲ ਤੁਹਾਡੇ ਤੇ ਹੈ, ਮੇਰੇ ਤੇ ਨਹੀਂ ਹੈ। ਮੈਂ ਤੇ ਆਪਣਾ ਕੰਮ ਪੂਰਾ ਕਰ ਦਿੱਤਾ, ਮੈਂ ਤੇ ਆਪਣੇ ਕੰਮ ਨੂੰ ਪੂਰਾ ਕਰਦਾ ਉਸ ਤਰੀਕੇ ਨਾਲ। ਗੁਰੂ ਨਾਨਕ ਸਾਹਿਬ ਸਾਰੀ ਬਾਤ ਸੁਣਦੇ ਤੇ ਮੁਸਕਰਾਉਂਦੇ ਤੇ ਮੁਸਕਰਾ ਕੇ ਕਹਿੰਦੇ ਲਾਲੋ ਜਿਵੇਂ ਤੂੰ ਬਾਤ ਕਹਿ ਰਹੇ ਐਵੇਂ ਹੀ ਮੰਨ ਲਈ, ਬਿਲਕੁਲ ਐਵੇਂ, ਕੋਈ ਇਹਦੇ 'ਚ ਤੇ ਜਿੰਨੇ ਤੂੰ ਪਿਆਰ ਨਾਲ ਕਹੀ, ਸਨੇਹ ਨਾਲ ਕਹੀ, ਉਸੇ ਸਨੇਹ ਨਾਲ ਹੀ ਤੇਰੀ ਗੱਲ ਸਵੀਕਾਰ ਕਰ ਲਈ। ਪਰ ਲਾਲੋ ਮੇਰੀਆਂ ਕੁਝ ਗੱਲਾਂ ਦਾ ਜਵਾਬ ਦੇਗਾ? ਕਹਿਣ ਲੱਗਾ ਜੀ ਹੁਕਮ ਬਾਦਸ਼ਾਹ। ਗੁਰੂ ਨਾਨਕ ਸਾਹਿਬ ਕਹਿੰਦੇ ਲਾਲੋ ਜਦੋਂ ਤੂੰ ਕਿਸੇ ਦੀ ਕੋਈ ਚੀਜ਼ ਬਣਾਉਣੀ ਹੁੰਦੀ ਹੈ, ਸਪੋਜ਼ ਕਰੋ ਤੂੰ ਕਿਸੇ ਲਈ ਕੋਈ ਚਰਖਾ ਬਣਾਉਣਾ ਆ, ਕੀ ਕਹਿਣਾ ਉਹਨਾਂ ਨੂੰ? ਕਹਿਣਾ ਜੀ ਬਣਾ ਦਿਆਂਗਾ, ਮੈਨੂੰ ਤੁਸੀਂ ਲੱਕੜ ਮੰਗਾ ਦਿਓ, ਆਹ ਸਮਾਨ ਮੰਗਾ ਦਿਓ, ਲੱਕੜ ਮੇਰੇ ਹਵਾਲੇ ਕਰ ਦਿਓ ਤੇ ਮੈਂ ਤੁਹਾਨੂੰ ਹੁਣੇ ਬਣਾ ਦਿਆਂਗਾ। ਬਾਬਾ ਜੀ ਕਹਿੰਦੇ ਜੇ ਸਪੋਜ਼ ਕਰੋ ਤੂੰ ਕਿਸੇ ਦਾ ਕੋਈ ਛਤੀਰ ਬਣਾਉਣਾ ਆ, ਕੋਈ ਕਿਸੇ ਵਾਸਤੇ ਕੋਈ ਪੰਜਾਲੀ ਬਣਾਉਣੀ ਹੈ, ਕੀ ਕਰੇ? ਕਹਿੰਦੇ ਬਾਬਾ ਜੀ ਨੂੰ ਜਵਾਬ ਦਿੰਦਾ, ਕਹਿੰਦੇ ਮੈਂ ਉਹਨਾਂ ਤੋਂ ਲੱਕੜ ਮੰਗਾ ਲੈਣਾ, ਉਹ ਮੈਨੂੰ ਲੱਕੜ ਲਿਆ ਦਿੰਦੇ, ਮੈਂ ਉਹਨੂੰ ਕੱਟ ਵੱਢ ਕੇ ਐਨ ਬਿਲਕੁਲ ਬਣਵਾ ਲੈਂਦਾ। ਬਾਬਾ ਜੀ ਕਹਿੰਦੇ ਬਿਲਕੁਲ ਠੀਕ ਲਾ ਲਓ, ਬਸ ਤੇਰਾ ਮੇਰਾ ਸੌਦਾ ਹੋ ਗਿਆ। ਹੁਣ ਮੈਨੂੰ ਇਹ ਦੱਸ ਕੀ ਕਢਾਉਣਾ ਮੇਰੇ ਤੋਂ? ਜੋ ਕਢਾਉਣਾ ਹੈ ਮੇਰੇ ਹਵਾਲੇ ਕਰ, ਲਿਆ ਦੇ। ਮਨ ਕਢਾਉਣਾ ਹੈ, ਲਿਆ ਦੇ ਮੈਨੂੰ ਮਨ, ਮੈਂ ਕੱਢ ਦੇਣਾ। ਜੀਵਨ ਕਢਾਉਣਾ ਹੈ, ਲਿਆ ਦੇ ਮੈਨੂੰ ਆਪਣਾ ਜੀਵਨ। ਲਾਲੋ ਇਹ ਤੇ ਨਾ ਹੋ ਸਕਦਾ, ਲੱਕੜ ਕੋਈ ਆਪਣੇ ਘਰ ਰੱਖੇ ਤੇ ਸ਼ਿਕਾਇਤ ਤੈਨੂੰ ਕਰੇ, ਹੱਦ ਹੋ ਗਈ, ਤੂੰ ਮੇਰਾ ਸਮਾਨ ਹੀ ਨਹੀਂ ਬਣਾਇਆ। ਪਹਿਲੇ ਲੱਕੜ ਤੇ ਲਿਆਓ ਨਾ। ਐਕਚੁਅਲ ਲੈਵਲ ਤੇ ਹੈ ਤੇ ਸਾਖੀ ਹੈ, ਪਰ ਇਹਦੇ 'ਚ ਜਿਹੜੇ ਮੈਸੇਜਸ ਨੇ ਉਹ ਦੇਖੋ ਤੁਸੀਂ ਧਿਆਨ ਦੇ ਨਾਲ। ਜਿਹੜਾ ਬਚਨ ਆ ਰਿਹਾ ਹੈਗਾ ਨਾ, ਗੁਰੂ ਮਹਾਰਾਜ ਬਿਆਨ ਕਰਦੇ, ਆਪਨੜਾ ਮਨ ਆਗੇ ਧਰਿਆ। ਜਿਸ ਮਨ ਨੂੰ ਮੈਂ ਆਪਣਾ ਆਪਣਾ ਕਹਿਣਾ, ਇਸ ਦੀ ਮੈਂ ਉਸ ਆਪਣਤ ਨੂੰ ਛੱਡ ਕੇ ਕਿਸੇ ਅੱਗੇ ਧਰਾਂ। ਲਓ ਫੜੋ।
ਹੁਣ ਮਨ ਧਰਨਾ, ਮਨ ਸੌਂਪਣਾ ਕਿਸੇ ਨੂੰ, ਦੇਖੋ ਵੈਸੇ ਤਾਂ ਕਿਹਾ ਜਾਂਦਾ ਬੰਦੇ ਦਾ ਇਨਰ ਇਨਸਟਿੰਕਟ ਬੜਾ ਸਟਰੋਂਗ ਹੁੰਦਾ, ਉਹਦੇ ਅਕੋਰਡਿੰਗਲੀ ਬੰਦੇ ਨੂੰ ਚੱਲਣਾ ਚਾਹੀਦਾ ਹੈ। ਪਰ ਸਾਡੇ ਕੋਲ ਨਾ ਉਹਨਾਂ ਐਕਸਪੀਰੀਅੰਸ ਹੁੰਦਾ ਕਈ ਵਾਰੀ, ਨਾ ਉਸ ਕਿਸਮ ਦਾ ਸਾਡੇ ਕੋਲ ਐਕਸਪੋਜ਼ਰ ਹੁੰਦਾ ਹੈ, ਅਤੇ ਅਸੀਂ ਮੋਸਟਲੀ ਸਾਡਾ ਬਿਲੀਵ ਬੜਾ ਸ਼ੈਟਰਡ ਵੀ ਹੋ ਜਾਂਦਾ ਹੈ। ਇਹ ਵੀ ਸੱਚ ਹੈ। ਮਾੜਾ ਮਤਲਬ ਅੱਜ ਦੀ ਦੁਨੀਆ ਤਾਂ ਐਸੀ ਹੈ, ਆਪਾਂ ਕੋਵਿਡ-19 'ਚੋਂ ਲੰਘ ਰਹੇ ਹਾਂ। ਇਹ ਨਹੀਂ ਕਿ ਕੋਵਿਡ-19 ਵਰਗੀ ਸਿਚੁਏਸ਼ਨ ਕਦੀ ਪਹਿਲਾਂ ਨਹੀਂ ਬਣੀ। ਜੇ ਆਪਾਂ ਥੋੜ੍ਹੇ ਪਿਛਲੇ 100-150 ਸਾਲ 'ਚ ਦੇਖੀਏ, ਕਿਤਨੇ ਤਰ੍ਹਾਂ ਦੀਆਂ ਪੈਂਡੈਮਿਕਸ ਆਈਆਂ, ਕਿਤਨੇ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਈਵਨ ਬਿਲਕੁਲ ਇਹਦੇ ਨਾਲ ਮੈਚ ਕਰਦਾ ਹੋਇਆ ਜਿਹੜਾ ਸਪੈਨਿਸ਼ ਫਲੂ ਹੈ, ਕੋਈ 100 ਈਅਰ ਬੈਕ ਅਸੀਂ ਦੇਖ ਸਕਦੇ ਹਾਂ। ਪਰ ਜਿਵੇਂ ਦੀ ਸਿਚੁਏਸ਼ਨ ਅੱਜ ਕ੍ਰੀਏਟ ਹੋਈ ਹੈ, ਜਿੰਨੀ ਅੱਜ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਲੋਕ ਇੱਕਦਮ ਪੈਨਿਕ ਹੋ ਗਏ ਨੇ। ਮਤਲਬ ਸਾਰੀ ਅੱਜ ਵੀ ਸਾਡੇ ਇੱਥੇ ਲੋਕਡਾਊਨ ਵਰਗੀ ਹਾਲਤ ਫਿਰ ਦੁਬਾਰਾ ਕਰਨ ਵਾਸਤੇ ਐਫਰਟ ਪਾਈ ਜਾ ਰਹੀ ਹੈ। ਸਭ ਚੀਜ਼ਾਂ ਇਹੋ ਜਿਹਾ ਕਦੀ ਨਹੀਂ ਹੋਇਆ। ਉਹਦਾ ਕਾਰਨ ਇਹ ਹੈ ਕਿ ਜਿਹੜੀ ਨਿਊਜ਼ ਆ ਜਿਸ ਲੈਵਲ 'ਤੇ ਸਪਰੈਡ ਹੋ ਰਹੀ ਹੈ, ਐਵੇਂ ਕਦੀ ਨਹੀਂ ਹੋਈ। ਦੂਸਰਾ, ਹਾਂ, ਹਿਊਮਨ ਮੂਵਮੈਂਟ ਵੀ ਬੜੀ ਫਾਸਟ ਵੱਧ ਰਹੀ ਹੈ, ਇਹ ਵੀ ਸੱਚਾਈ ਹੈ। ਪਰ ਇਹਦੇ 'ਚ ਰਿਐਲਿਟੀ ਇਹ ਹੈ, ਜਿਹੜੇ ਲੋਕ ਕਿਸੇ ਖਾਸ ਅੰਡਰਲਾਈਨ ਇਸ਼ੂਜ਼ ਦੇ ਨਾਲ ਨੇ, ਹਾਂ ਭਾਈ ਉਹਨਾਂ ਨੂੰ ਐਕਸਟਰਾ ਪ੍ਰੀਕੋਸ਼ਨ ਲੈਣ ਦੀ ਲੋੜ ਹੈ, ਉਹਨਾਂ ਦੀ ਸੇਫਟੀ ਵੀ ਬੜੀ ਜ਼ਰੂਰੀ ਹੈ, ਕਿਉਂਕਿ ਉਹਦੇ ਕਰਕੇ ਡੈਥਸ ਵੀ ਹੋ ਰਹੀਆਂ ਨੇ। ਪਰ ਜਿਹੜੇ ਇੱਕ ਨਾਰਮਲ ਲੋਕ ਨੇ, ਹੋਏਗਾ ਫਲੂ ਹੁੰਦਾ ਜਿਵੇਂ, ਉਹ ਚੀਜ਼ਾਂ ਹੋਣਗੀਆਂ, ਹੌਲੀ ਹੌਲੀ ਠੀਕ ਹੋ ਜਾਣਗੇ ਇਸ ਤਰੀਕੇ ਨਾਲ। ਜਿੱਥੇ ਸਪੋਰਟ ਚਾਹੀਦੀ ਉੱਥੇ ਸਪੋਰਟ ਵੀ ਹੋਏ ਥੋੜ੍ਹੀ ਬਹੁਤੀ। ਪਰ ਇੱਕ ਬਿਲਕੁਲ ਪੈਨਿਕ ਵਿੱਚ ਆ ਜਾਣਾ, ਤੇ ਉਹ ਪੈਨਿਕ ਵਿੱਚ ਆ ਕੇ ਉਸ ਹਾਲਤ 'ਤੇ ਚਲੇ ਜਾਣਾ, ਅਤੇ ਉਸ ਤੋਂ ਬਾਅਦ ਜੇ ਹੁਣ ਮੈਡੀਸਿਨ ਆਈ ਹੈ, ਅਤੇ ਮੈਡੀਸਿਨ ਦੇ ਬਾਰੇ ਤੁਸੀਂ ਦੇਖੋ, ਪਹਿਲਾਂ ਪੀਪਲ ਵਰ ਟੋਟਲੀ ਰੈਡੀ ਟੂ ਗੈਟ ਇਟ ਆਲ ਦੈਟ। ਸਮਹਾਓ ਕੁਝ ਨਿਊਜ਼ ਸਪਰੈਡ ਹੋਈ ਕਿ ਕਲੌਟ ਬਣ ਸਕਦੀ ਹੈ ਐਸਟਰਾਜੈਨਿਕਾ ਤੋਂ, ਸਾਰੇ ਤੋਂ, ਕੀ ਹਾਲਤ ਬਣ ਗਈ ਇੱਕਦਮ। ਕਿਉਂਕਿ ਜਿਹੜੀਆਂ ਸਰਕਾਰਾਂ ਨੇ, ਜਿਹੜੇ ਲੋਕਾਂ ਦੇ ਰਿਪਰੈਜ਼ੈਂਟੇਟਿਵ ਗੌਰਮੈਂਟਸ ਰਨ ਕਰਦੇ ਨੇ, ਉਹਨਾਂ ਨੂੰ ਤਾਂ ਇਹ ਹੈ ਵੀ ਆਪਾਂ ਗੌਰਮੈਂਟ 'ਚ ਰਹਿਣਾ, ਆਪਾਂ ਰਨ ਕਰਨਾ, ਆਪਾਂ ਨੂੰ ਕੀ ਲੋੜ ਆ, ਆਪਾਂ ਮਾੜਾ ਜਿਹਾ ਵੀ ਕਿਤੇ ਕੋਈ ਨੁਕਸਾਨ ਬਰਦਾਸ਼ਤ ਨਹੀਂ, ਹੋਲਡ ਕਰ ਲਓ। ਮਤਲਬ ਇਸ ਕਿਸਮ ਦੀ ਹਾਲਤ ਵਿੱਚ ਕੀ ਹੈ ਕਿ ਪੂਰਾ ਦਾ ਪੂਰਾ ਜਿਹੜਾ ਦੁਨੀਆ ਆ, ਅਤੇ ਉਹਦੇ ਵਿੱਚ ਜਿਹੜੇ ਖਾਸ ਕਰਕੇ ਜਿਨ੍ਹਾਂ ਦੇ ਕੋਲ ਲੈਸ ਰਿਸੋਰਸਿਸ ਨੇ, ਜਿਹੜਾ ਲੋਅਰ ਮਿਡਲ ਕਲਾਸ ਹੈ, ਉਸ ਤੋਂ ਵੀ ਥੱਲੇ ਹੈ, ਉਹ ਵਿਚਾਰਾ ਸਫਰ ਕਰ ਰਿਹਾ ਹੈ ਵੱਡੇ ਲੈਵਲ 'ਤੇ। ਸੋ ਇਹ ਸਾਰੀ ਅਲਾਮਤ ਇਹ ਹੋ ਗਈ ਕਿ ਲੋਕਾਂ ਦਾ ਬਲੀਵ ਜਿਹੜਾ ਆ ਉਹ ਕਦੀ ਬਣਦਾ ਆ, ਕਦੀ ਨਹੀਂ ਬਣਦਾ, ਕਦੀ ਟੁੱਟ ਜਾਂਦਾ ਹੈ। ਇਸ ਸਾਰੇ ਦੇ ਵਿੱਚ ਇਹ ਹੈ, ਕੁਝ ਸਟਰੋਂਗ ਲੋਕ ਅੱਗੇ ਹੋਣ ਅਤੇ ਉਹ ਕਹਿਣ ਭਾਈ ਵਿਸ਼ਵਾਸ ਕਰੋ ਇਸ ਗੱਲ 'ਤੇ, ਅਤੇ ਉਹ ਹੁਣ ਓਨੈਸਟ, ਉਹਨਾਂ ਦੇ ਇੰਟਰਸਟ ਲੋਕ ਭਲਾਈ ਹੋਏ, ਹਿਊਮੈਨਿਟੀ ਦੀ ਵੈਲ ਬੀਇੰਗ ਹੋਏ, ਇਹੋ ਜਿਹੀ ਚੀਜ਼ ਹੋਏ। ਇਹੋ ਜਿਹੇ ਲੋਕਾਂ ਨੂੰ ਅਸੀਂ ਜਿਹੜਾ ਸੰਤ ਜਨ ਕਹਿ ਸਕਦੇ ਹਾਂ। ਰੂਹਾਨੀ ਦੁਨੀਆ ਦੇ ਵਿੱਚ ਵੀ ਜਿਵੇਂ ਗੁਰੂ ਸਾਹਿਬ ਨੇ, ਭਗਤ ਸਾਹਿਬਾਨ ਨੇ, ਉਹਨਾਂ ਦਾ ਵਿਚਾਰ, ਉਹਨਾਂ ਦਾ ਖਿਆਲ, ਉਹਨਾਂ ਤੋਂ ਵਰਸਾਈਆਂ ਹੋਰ ਰੂਹਾਂ ਲੋਕ ਜਿਹੜੇ ਨੇ, ਜਦੋਂ ਉਹਨਾਂ ਦੀ ਮਦਦ ਮਿਲਦੀ ਹੈ, ਫਿਰ ਉਹਨਾਂ ਦੇ ਅੱਗੇ ਬੰਦਾ ਆਪਣਾ ਮਨ ਧਰ ਦਿੰਦਾ, ਕਹਿੰਦਾ ਠੀਕ ਹੈ ਜੀ, ਜੋ ਤੁਸੀਂ ਕਿਹਾ ਸੱਤ ਕਰਕੇ ਮੰਨ ਲਿਆ, ਇਵੇਂ ਚੱਲਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ। ਇਹ ਹੈ ਮਨ, ਜਿਹਨੂੰ ਸਾਹਿਬ ਨੇ ਬਿਆਨ ਕੀਤਾ ਕਿ ਜੋ ਸ਼ਖਸ ਆਪਣੇ ਮਨ ਨੂੰ ਮਨ ਵੇਚਾ ਸਤਿਗੁਰ ਕੇ ਪਾਸ, ਤਿਸ ਸੇਵਕ ਹੈ ਕਾਰਜ ਰਾਸ। ਆਪਣਾ ਮਨ ਹੀ ਵੇਚ ਦਿੱਤਾ ਉਹਨੇ, ਜਿਹਨੂੰ ਕਿਹਾ ਮਨ ਦੇ ਰਾਮ ਲਿਆ ਹੈ ਮੋਲ। ਆਪਣਾ ਮਨ ਦੇ ਦਿੱਤਾ ਤੇ ਰੱਬ ਨੂੰ ਮੁੱਲ ਲੈ ਲਿਆ। ਭਾਵ ਮੇਰੀ ਆਪਣੀ ਕੋਈ ਹੋਰ ਰਾਹ ਨਹੀਂ ਹੈ, ਮੇਰੀ ਉਹੀ ਰਾਹ ਹੈ ਜੋ ਮੇਰੇ ਗੁਰੂ ਨੇ, ਮੈਨੂੰ ਗਾਈਡ ਕਰਨ ਵਾਲੀ ਮੇਰੀ ਉਹ ਸਪਿਰਿਚੁਅਲ ਇੰਸਟੀਟਿਊਸ਼ਨ ਨੇ ਮੈਨੂੰ ਦੇ ਦਿੱਤੀ ਹੈ। ਇਹਨੂੰ ਸਾਹਿਬ ਨੇ ਕਿਹਾ ਇਹਦੇ ਵਿੱਚ, ਆਪਨ ਡਾ ਮਨਾ ਅੱਗੇ ਧਰਿਆ ਸਰਬੁਸ ਠਾਕੁਰ ਦੀਨੇ ਰਾਮ। ਤੇ ਇੰਜ ਕਹਿ ਲਓ, ਇਸ ਵਰਚੂ ਨੂੰ ਅਡਾਪਟ ਕਰਨ ਦੇ ਨਾਲ ਸਰਬਸ ਠਾਕੁਰ, ਜਿਹੜਾ ਓਮਨੀ ਪ੍ਰੈਜ਼ੈਂਟ, ਸਭ ਦੇ ਵਿੱਚ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਡੇ ਅੱਗੇ ਆ ਕੇ ਹਾਜ਼ਰ ਹੋ ਗਿਆ, ਮਿਲ ਗਿਆ, ਲੱਗਾ ਰੱਬ ਅੰਗ ਸੰਗ ਹੈ। ਕਈ ਵਾਰ ਮੈਂ ਸੂਫੀਆਂ ਦੀਆਂ ਉਹਨਾਂ ਬੋਲਾਂ ਦੀ ਬਾਤ ਕਰਦਾ ਨਾ, ਤੁਸੀਂ ਕਦੀ ਪੜ੍ਹੀ ਹੋਈ ਸ਼ਾਇਦ, ਉਹ ਕਿਤੇ ਉਹਦੀ ਕਾਫੀਆਨਾ ਰੰਗ, ਉਹ ਕਹਿੰਦਾ ਕਿ ਆਪਣੇ ਮਨ ਨਾਲ ਹੀ ਵਾਸਤਾ ਹੈ। ਸ਼ਬਦ ਸਾਰੇ, ਬਾਣੀ ਸਾਰੀ ਮਨ ਨਾਲ ਹੀ ਚੱਲਦੀ ਹੈ। ਜਿਹੜਾ ਸਪਿਰਿਚੁਅਲ ਲਿਟਰੇਚਰ ਹੈ, ਜਿਹੜਾ ਐਕਚੁਅਲ ਸਪਿਰਿਚੁਅਲ ਹੈ, ਸਾਡੀ ਮਨ ਦੀ ਦੁਨੀਆ ਨਾਲ ਹੀ ਗੱਲ ਹੋ ਰਹੀ ਹੈ। ਉਹ ਜ਼ਿਕਰ ਕਰਦਾ ਹੈ ਆਪਣੇ ਮਨ ਦੇ ਨਾਲ ਕਿ ਜੇ ਤੂੰ ਸਾਡੇ ਆਖੇ ਲੱਗੇ ਤੈਨੂੰ ਤਖਤ ਬਿਠਾਵਾਂਗੇ। ਵੈਸੇ ਮਨ ਤਖਤ ਤੇ ਨਹੀਂ ਬੈਠਦਾ, ਜਿਹੜਾ ਆਪ ਵੀ ਤਖਤ ਤੇ ਬੈਠਾ ਉਹਦਾ ਮਨ ਵੀ ਮਿੱਟੀ 'ਚ ਰੁੜ ਰਿਹਾ, ਬਦੀ ਕਰ ਰਿਹਾ। ਜਿਹਨੂੰ ਤੁਸੀਂ ਚੰਗਾ ਮੰਨ ਰਹੇ ਹੋ ਨਾ, ਉਹਦੀ ਮਨ ਦੀ ਦੁਨੀਆ ਵੇਖੋਗੇ, ਮਨ ਦੀ ਦੁਨੀਆ ਉਹਦੀ ਵੀ ਚੰਗਿਆਈ ਵਿੱਚ ਨਹੀਂ ਹੋਏਗੀ, ਕਿਤੇ ਬੁਰਾਈ 'ਚ ਬੈਠੀ ਹੋਏਗੀ। ਅਜੀਬ ਹਾਲਤ ਹੈ। ਜੇ ਕਿਤੇ ਮਨ ਆਖੇ ਲੱਗ ਜੇ, ਤੇ ਆਖੇ ਲੱਗ ਜੇ ਮਤ ਦੇ, ਆਖੇ ਲੱਗ ਜੇ ਸੋਝੀ ਦੇ, ਆਖੇ ਲੱਗ ਜੇ ਚੰਗੇਰੇ ਮੰਤਰ ਉਸ ਖਿਆਲਾਂ ਦੀ ਦੁਨੀਆ ਦੇ। ਕਿਆ ਜੇ ਤੂੰ ਸਾਡੇ ਆਖੇ ਲੱਗੇ
ਤੈਨੂੰ ਤਖਤ ਬਿਠਾਵਾਂਗੇ, ਜਿਸ ਨੂੰ ਸਾਰਾ ਆਲਮ ਢੂੰਡੇ ਤੈਨੂੰ ਆਣ ਮਿਲਾਵਾਂਗੇ। ਜਿਹਨੂੰ ਸਾਰੀ ਕਾਇਨਾਤ ਲੱਭ ਰਹੀ ਹੈ ਨਾ, ਰੱਬ, ਖੁਦਾ, ਭਗਵਾਨ, ਤੈਨੂੰ ਆ ਕੇ ਮਿਲਾ ਦੇਂਗੇ। ਲੈ ਆਈ। ਇੱਥੇ ਜ਼ਿਕਰ ਆਇਆ ਕਿ ਆਪਨੜਾ ਮਨ ਆ ਕੇ ਧਰਿਆ, ਸਰਬਸ ਠਾਕੁਰ ਦੀਨੇ ਰਾਮ। ਜਦੋਂ ਇਹ ਬਾਤ ਕੀਤੀ ਇੰਝ ਲੱਗਾ ਸਰਵਸਵ ਵਿੱਚ ਵਸਣ ਵਾਲਾ ਠਾਕੁਰ ਉਹ ਮਿਲ ਗਿਆ, ਉਹਦੇ ਨਾਲ ਸਾਂਝ ਬਣ ਗਈ ਹੈ। ਫਿਰ ਕਿਆ ਕਰੇ ਆਪਣੀ ਦਾਸੀ ਮਿਟੀ ਉਦਾਸੀ, ਹਰ ਮੰਦਰ ਥਿਤ ਪਾਈ। ਕਰੇ ਆਪਣੀ ਦਾਸੀ ਮਿਟੀ ਉਦਾਸੀ। ਵੈਸੇ ਜੀਵਾਤਮਾ ਦੀ ਗੱਲ ਟੀਕਾਕਾਰ ਲਿਖਦੇ ਨੇ, ਪਰ ਜਿਹੜੀ ਇਹ ਸਾਰੇ ਦੇ ਜੇ ਡੀਪ ਲੈਵਲ 'ਤੇ ਦੇਖਿਆ ਜਾਏ ਤਾਂ ਉਹ ਹੈਗੀ ਹੈ ਕਿ ਮਾਇਆਵੀ ਸੋਚ ਇਹ ਸਾਡੇ ਉੱਤੇ ਬਹੁਤ ਪ੍ਰਭਾਵ ਪਾਉਂਦੀ ਹੈ, ਬਹੁਤ ਜ਼ਿਆਦਾ। ਇਹਦਾ ਸਾਈਕੋਲੋਜੀਕਲ ਇੰਪੈਕਟ ਇਤਨਾ ਆ, ਤੁਸੀਂ ਕੰਮ 'ਤੇ ਗਏ ਸਵੇਰੇ, ਬੜਾ ਵਧੀਆ ਕੰਮ ਹੋਇਆ, ਸਾਰਾ ਕੁਛ ਬੜਾ, your day was so actually nice, you spent whole time over there in very happy mood and you left your work on time, everything was fine. Somehow ਤੁਸੀਂ ਘਰ ਪਹੁੰਚੇ ਤੇ ਤੁਹਾਡੇ ਕਿਸੇ ਬੱਡੀ ਦਾ, ਬੈਸਟ ਬੱਡੀ ਦੀ ਤੁਹਾਨੂੰ ਇੱਕਦਮ ਕਾਲ ਆ ਗਈ, ਤੇ ਕਾਲ ਆ ਕੇ ਉਹ ਤੁਹਾਨੂੰ ਦੱਸਦਾ ਹੈ ਕਿ ਯੂ ਨੋ ਮੈਂ ਨਾ ਮੈਨੂੰ ਜਿਹੜੀ ਹੈ ਪ੍ਰਮੋਸ਼ਨ ਮਿਲ ਗਿਆ, ਮੈਂ ਇਸ ਜੌਬ 'ਤੇ ਚੱਲਾ ਹਾਂ, ਇੰਨੀ ਮੇਰੀ ਪੇ ਵੱਧ ਗਈ ਹੈ, ਸਾਰਾ ਕੁਛ। ਤੁਸੀਂ ਕਹਿੰਦੇ ਹੋ ਵਾਹ ਕੰਗਰੈਚੁਲੇਸ਼ਨ, ਵਧਾਈਆਂ, ਬਹੁਤ ਸਾਰੀ ਮੁਬਾਰਕਾਂ, ਸਭ ਚੀਜ਼ ਹੋ ਗਈ। ਅੰਦਰ ਇੱਕਦਮ ਇੱਕ ਥਾਟ ਸਪਾਰਕ ਕੀਤਾ, ਹੱਦ ਹੋ ਗਈ। ਇਕੱਠੇ ਕੰਮ ਕਰਦੇ ਸਾਂ, ਇੱਕੋ ਉਮਰ ਦੇ ਆ, ਇੱਕੋ ਸਕੂਲੇ ਪੜ੍ਹੇ ਆ, ਇਹ ਅੱਗੇ ਲੰਘ ਗਿਆ। ਅਜੀਬ ਹਾਲਤ ਹੈ। ਮੂੰਹ ਤੋਂ ਕਹਿ ਰਹੇ ਹਾਂ ਵਧਾਈ ਹੋਏ, ਸਾਰਾ ਦਿਨ ਬੜਾ ਵਧੀਆ ਹੈ, ਸਭ ਠੀਕ ਚੀਜ਼ ਰਹੀ। ਹੁਣ ਕੀ ਹੋਇਆ, ਅੰਦਰ ਇੱਕਦਮ ਇੱਕ ਐਸੀ ਚੀਜ਼ ਆਈ ਜਿਹਨੂੰ ਲੱਗਾ ਸਾਰੀ ਖੁਸ਼ੀ ਕਿਤੇ ਹੋਰ ਚਲੀ ਗਈ, ਕੁਛ ਵੀ ਚੰਗਾ ਨਹੀਂ ਲੱਗ ਰਿਹਾ। ਇਹ ਮਾਇਆ ਆ, ਇੱਕ ਐਸੀ ਚੀਜ਼ ਆ ਜਿਹੜੀ ਸਾਡੇ ਕੰਟਰੋਲ 'ਚ ਨਹੀਂ ਹੈ। ਬੰਦਾ ਕਈ ਵਾਰੀ, ਕਈ ਤੇ ਬੜੇ ਬੋਲਡ ਹੁੰਦੇ ਨੇ, ਕਹਿ ਵੀ ਦਿੰਦੇ ਨੇ, ਲੋਕੀ ਤੇ ਇਸ ਕਲਚਰ 'ਚ ਕਹਿੰਦੇ ਨੇ, ਯੂ ਨੋ ਆਈ ਐਮ ਜੈਲਸ, I have some sort of envy toward this. तो भावें मजाक च क्या जा रहा है, पर क्या जा रहा है, this is, I cannot actually accept it, I cannot process it, it's too hard for me. Why? Because ਇਕੱਠੇ ਤੇ ਹੈਗੇ, ਤੂੰ ਅੱਗੇ ਲੰਘ ਗਿਆ, that's not good. ਹੁਣ ਇਹ ਜਿਹੜੀ ਹਾਲਤ ਹੈ, ਇਹ ਜਿਹੜੀ ਅੰਦਰ ਚੀਜ਼ ਪਈ ਹੈ, ਇਸ ਪ੍ਰਵਿਰਤੀ ਨੂੰ ਬੰਦੇ ਨੂੰ ਲਗਾਮ ਪਾਣੀ ਆਵੇ। ਇਹ ਤਾਂ ਹੋਏਗਾ ਜੇ ਮਨ ਦੀ ਦੁਨੀਆ ਦੇ ਵਿੱਚ ਇਹ ਸਭ ਚੀਜ਼ਾਂ ਚੱਲ ਰਹੀਆਂ ਹੋਣ, ਪਹਿਲੇ ਤੋਂ ਸਮਝਾਇਆ ਜਾ ਰਿਹਾ ਹੋਵੇ, ਪੜ੍ਹਾਇਆ ਜਾ ਰਿਹਾ ਹੋਵੇ, ਦੱਸਿਆ ਜਾ ਰਿਹਾ ਹੋਵੇ। ਮੈਨੂੰ ਇੱਕ ਵਾਰੀ ਇੱਕ ਬੱਚਾ ਮਿਲਿਆ ਸੀ, ਐਕਚੁਅਲੀ ਬੱਚਾ ਨਹੀਂ ਹੈ, ਤੇ ਉਸ ਸਮੇਂ ਤੱਕ ਤੇ ਸ਼ੀ ਵਾਜ਼ ਕੰਪਲੀਟਲੀ ਪ੍ਰੋਫੈਸ਼ਨਲ ਐਜ਼ ਇਨ ਮੈਡੀਕਲ ਪ੍ਰੋਫੈਸ਼ਨਲ। ਅਤੇ ਉਹਦੇ ਨਾਲ ਗੱਲਬਾਤ ਹੋਈ, ਇਸ਼ੂ ਤਾਂ ਕੋਈ ਹੋਰ ਸੀਗਾ, ਕੁਝ ਫੈਮਿਲੀ ਮੈਟਰ ਕਰਕੇ ਅਸੀਂ ਕੁਝ ਡਿਸਕਸ ਕਰ ਰਹੇ ਸੀਗੇ, ਸੀਟਿੰਗ ਐਕਚੁਅਲੀ ਜਿਹੜਾ ਹੈਗਾ ਇੱਕ ਥੈਰੇਪਿਊਟੀਕਲ ਸੈਸ਼ਨਸ ਦੇ ਵਿੱਚ। ਅਤੇ ਉਹ ਗੱਲਬਾਤ ਹੋਈ ਤਾਂ ਪਤਾ ਲੱਗਾ ਕਿ ਉਹ ਕੈਰੇਬੀਅਨਸ ਦੇ ਵਿੱਚ ਕੁਝ ਸਮਾਂ ਪੜ੍ਹ ਕੇ ਆਈ ਹੈ। ਅਤੇ ਮੇਰਾ ਐਕਸਪੀਰੀਅੰਸ ਕੋਈ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਬਹੁਤਾ ਪੋਜ਼ੀਟਿਵ ਨਹੀਂ ਆਇਆ ਉਹਦੇ ਵਿੱਚੋਂ, ਵੀ ਲੋਕ ਬੱਚੇ ਜਾਂਦੇ, ਬੱਚੇ ਲੋਸਟ ਹੋ ਜਾਂਦੇ, ਕਿਉਂਕਿ ਵਿਦਾਊਟ ਸੁਪਰਵਿਜ਼ਨ ਸਟੱਡੀ ਦਾ ਪ੍ਰੈਸ਼ਰ ਹੁੰਦਾ, ਹੋਰ ਚੀਜ਼ਾਂ ਹੁੰਦੀਆਂ ਨੇ। ਉਹ ਸਮਹਾਓ ਬਿਲਕੁਲ ਮੇਰੇ ਉਦੋਂ ਤੱਕ ਦੇ ਤਜਰਬੇ ਦੇ ਬਿਲਕੁਲ ਓਪੋਜ਼ਿਟ ਸੀਗੀ ਚੀਜ਼। ਅਤੇ ਮੈਂ ਉਸ ਨੂੰ ਪੁੱਛਿਆ, ਮੈਂ ਕਿਹਾ ਵੀ ਸੌਰੀ, ਮੈਂ ਲਿਟਰਲੀ ਤੌਰ 'ਤੇ ਪੁੱਛਣ ਲੱਗਾ ਕਿ what different kind of approach did you adopt over there? Because otherwise people get lost over there, ਕਿਉਂਕਿ ਉਹ ਤਾਂ ਗਵਾਚ ਜਾਂਦੇ। ਉਹ ਹੱਸ ਪਈ ਤੇ ਕਹਿਣ ਲੱਗੀ, ਹਾਂ ਯੂ ਰਾਈਟ, ਮੈਂ ਖੁਦ ਇਸ ਚੀਜ਼ ਨੂੰ, ਮੈਨੂੰ ਲੋਕ ਕਹਿੰਦੇ ਨੇ ਤੁਸੀਂ ਪਹਿਲੇ ਬੰਦੇ ਨਹੀਂ ਹੈਗੇ। ਅੱਛਾ ਹੋਇਆ ਕੀ? ਕਹਿਣ ਲੱਗੀ ਹੋਇਆ ਕੁਛ ਨਹੀਂ, ਨੋਰਮਲ ਫੈਮਿਲੀ 'ਚੋਂ ਸਭ ਕੁਛ ਸੀਗਾ ਉਸ ਤਰੀਕੇ ਨਾਲ। ਜਦੋਂ ਮੈਂ ਜਾਣ ਦਾ ਮਨ ਬਣਾਇਆ ਤਾਂ ਮੇਰੀ ਫੈਮਿਲੀ ਨੇ ਮੈਨੂੰ ਸਾਰਾ ਸਿਨੈਰੀਓ ਸਮਝਾਇਆ, ਦੱਸੀ ਇੱਕ ਇੱਕ ਚੀਜ਼ ਮੈਨੂੰ ਦੱਸਿਆ, ਆਹ ਚੀਜ਼ਾਂ ਹੋਣੀਆਂ ਨੇ ਉੱਥੇ, ਆ ਵੀ ਹੋਏਗੀ, ਆ ਵੀ ਹੋਏਗੀ, ਆ ਵੀ ਹੋਏਗੀ, ਆ ਵੀ ਹੋਏਗੀ। ਅੱਜ ਗੱਲ ਕਰ ਲੈ ਕਿਹੜੀ ਚੋਇਸ ਬਣਾਉਣੀ ਆ। ਜੇ ਉੱਥੇ ਓਪਨਲੀ ਡਰੱਗਸ ਮਿਲਦੇ ਨੇ, ਉੱਥੇ ਬੜੇ ਵਨਰੇਬਲ ਬੱਚੇ ਹੁੰਦੇ ਨੇ, ਉੱਥੇ ਲੋਕ ਗਲਤ ਪਾਸੇ ਲਿਜਾਣ ਵਾਸਤੇ ਬੜਾ ਪ੍ਰੇਰਦੇ ਨੇ, ਉੱਥੇ ਮੋਸਟਲੀ ਪਾਰਟੀ ਕਲਚਰ ਆ, ਸਭ ਚੀਜ਼ਾਂ ਦੱਸੀ ਸਾਰੀ ਚੀਜ਼। ਕਹਿੰਦੀ
ਉਹ ਸਾਰੀਆਂ ਚੀਜ਼ਾਂ ਲਗਾਤਾਰ ਮੈਨੂੰ ਦੱਸੀਆਂ ਸਮਝਾਈਆਂ, ਮੇਰੇ ਸਾਹਮਣੇ ਇੱਕ ਪਿਕਚਰ ਬਣ ਗਈ ਸਾਰੀ। ਜਦੋਂ ਮੈਂ ਇੱਥੋਂ ਗਈ ਉਸ ਤੋਂ ਪਹਿਲਾਂ ਮੈਂ ਇੱਕ ਡਾਇਰੀ ਲਿਖ ਲਈ ਆਪਣੀ। ਮੈਂ ਆਲਮੋਸਟ ਨਿਤਨੇਮ ਦੇ ਵਿੱਚ ਉਹ ਡਾਇਰੀ ਪੜ੍ਹਦੀ ਸੀਗੀ। ਐਕਚੁਅਲੀ ਨਿਤਨੇਮ ਦਾ ਕਨਸੈਪਟ ਵੀ ਇਹੀ ਹੈਗਾ ਜੇ ਸਹੀ ਰੂਪੇ ਦੇਖਿਆ ਜਾਏ ਤੇ। ਕਹਿੰਦੀ ਬਸ ਰੋਜ਼ ਮਨ ਕਹਿੰਦਾ ਸੀਗਾ ਕਿ ਤੇਰੇ ਫਰੈਂਡ ਤੇ ਸਾਰੇ ਪਾਰਟੀ ਤੇ ਜਾ ਰਹੇ ਨੇ, ਦੇ ਆਰ ਰੀਅਲੀ ਐਕਚੁਅਲੀ enjoying some sort of substances, you are not getting it, ਕੀ ਹੈ ਤੇਰੇ ਨਾਲ ਰੌਂਗ, ਕੀ ਹੈ, ਦੂਜੇ ਹੀ ਮੈਨੂੰ ਕਹਿੰਦੇ ਸੀਗੇ। ਪਰ ਕਹਿੰਦੀ somehow ਉਹ ਚੀਜ਼ ਕੰਮ ਕਰਦੀ ਗਈ। ਫਿਰ ਟਾਈਮ ਐਸਾ ਆਇਆ ਮੈਨੂੰ ਮੇਰੀ ਸਕਸੈਸ ਜਿਹੜੀ ਹੈ ਉਹ ਟੇਸਟ ਕਰਨੀ ਆ ਗਈ। ਬਸ ਕਹਿੰਦੀ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਐਕਚੁਅਲ ਲੈਵਲ ਤੇ ਜਿਹੜੀ ਇਹ ਬਾਤ ਹੋ ਰਹੀ ਹੈ ਨਾ, ਕਰੇ ਆਪਣੀ ਦਾਸੀ ਮਿਟੀ ਉਦਾਸੀ ਤੇ ਹੋਏਗੀ, ਕਿਉਂਕਿ ਜਦੋਂ ਆਲੇ ਦੁਆਲੇ ਲੋਕ ਡਿਫਰੈਂਟ ਵੇ ਦੇ ਨਾਲ ਜਾ ਰਹੇ ਨੇ ਤੇ ਮੈਂ ਲੱਗ ਰਿਹਾ ਕਿ ਮੈਂ ਤੇ ਆਮ ਲੈਫਟ ਬਿਹਾਈਂਡ, ਮੈਂ ਤੇ ਪਿੱਛੇ ਰਹਿ ਗਿਆ, ਮੈਂ ਤੇ ਆਹ ਚੀਜ਼ ਹੋ ਗਈ। ਉਦਾਸੀ ਤੇ ਹੋਏਗੀ, ਪਰ ਇਹ ਉਦਾਸੀ ਨੂੰ ਦੂਰ ਕਿਵੇਂ ਕੀਤਾ ਜਾਏ, ਕੁਝ ਤੇ ਇੱਕ ਇਨ ਜਨਰਲ ਅਪਰੋਚ ਹੈਗੀ ਏ। ਬੰਦਾ ਕੋਈ ਇਸ ਕਿਸਮ ਦੀ ਚੀਜ਼ ਹੋਏ, ਫਿਰ ਇੱਕ ਐਗਜ਼ਾਮਪਲ ਕਰ ਦੇਣਾ ਵਾ, ਕਿਉਂਕਿ ਪ੍ਰੈਕਟੀਕਲ ਐਗਜ਼ਾਮਪਲਸ ਦੇ ਨਾਲ ਬਾਣੀ ਬਿਲਕੁਲ ਪ੍ਰੈਕਟੀਕਲ ਚੀਜ਼ ਨਾਲ ਆਉਂਦੀ ਹੈ। ਮੈਂ ਇੱਥੇ ਜਾਰਜ ਬਰਾਊਨ ਕਾਲਜ ਇੱਕ ਪ੍ਰੋਗਰਾਮ ਵਿੱਚ ਸੀਗਾ, ਕਾਫੀ ਸਾਲ ਪਹਿਲਾਂ ਦੀ ਗੱਲ ਆ, ਅਤੇ ਸਾਡੀ ਇੱਕ ਛੋਟਾ ਜਿਹਾ ਟੈਸਟ ਸੀਗਾ, ਇਨ ਕਲਾਸ ਟੈਸਟ। ਅਤੇ ਉਹਦੇ 'ਚ ਹੋਇਆ ਇਹ ਕਿ ਇੱਕੋ ਡੈਸਕ 'ਚ ਅਸੀਂ ਦੋ ਜਣੇ ਬੈਠੇ ਹਾਂ। ਜਿਹੜਾ ਮੇਰੇ ਨਾਲ ਬੈਠਾ ਵਿਦਿਆਰਥੀ ਹੈਗਾ, ਸ਼ੀ ਹੈਜ਼ ਡਾਇਬਟੀਜ਼, ਉਹਨੂੰ ਸ਼ੂਗਰ ਦਾ ਇਸ਼ੂ ਸੀਗਾ। ਅਤੇ ਉਹ ਪਤਾ ਸੀਗਾ ਸਾਨੂੰ ਸਾਰਿਆਂ ਨੂੰ। ਅਤੇ ਉਹ ਮੋਸਟਲੀ ਕਹਿੰਦੀ ਸੀ ਮੇਰੇ ਸਾਹਮਣੇ ਨਾ ਐਕਚੁਅਲੀ ਕੋਈ ਕੈਂਡੀ ਵਗੈਰਾ, ਰੈਪਰ ਵਗੈਰਾ ਨਾ ਖੋਲਿਆ ਕਰੋ, ਕਿਉਂਕਿ ਮੈਨੂੰ ਕ੍ਰੇਵਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਨਾਲ। ਖੈਰ ਉਹ ਟੈਸਟ ਹੋਇਆ, ਟੈਸਟ ਤੋਂ ਬਾਅਦ ਸਕੋਰ ਆਇਆ। ਜੋ ਸਕੋਰ ਆਇਆ ਅਤੇ ਉਹ ਇੱਕਦਮ ਜਿਵੇਂ ਬੰਦਾ ਆਊਟ ਆਫ ਕੰਟਰੋਲ ਹੋ ਜਾਂਦਾ। ਅਤੇ ਉਹ ਇੱਕ ਦੂਜੇ ਨੂੰ ਮੈਨੂੰ ਪੁੱਛਣ ਲੱਗੇ, ਇੱਕ ਦੂਜੇ ਨੂੰ ਹੋਰ ਪੁੱਛਿਆ ਕਿ ਡੂ ਯੂ ਹੈਵ ਐਨੀ ਸਵੀਟ ਥਿੰਗ ਟੂ ਈਟ। ਅਤੇ ਮੈਂ ਕਿਹਾ ਵੀ ਨਹੀਂ ਮੇਰੇ ਕੋਲ ਤਾਂ ਨਹੀਂ। ਖੈਰ ਨਾਲ ਦੀ ਕੁੜੀ ਤੋਂ ਉਹਨੂੰ ਕੈਂਡੀ ਮਿਲ ਗਈ, ਉਹਨੇ ਉਸੇ ਵਕਤ ਮੂੰਹ 'ਚ ਕੈਂਡੀ ਪਾਈ। ਅਤੇ ਮੈਂ ਉਹਨੂੰ ਬਾਈ ਚਾਂਸ ਪੁੱਛਿਆ, ਮੈਂ ਕਿਹਾ ਵੀ ਤੂੰ ਆਪ ਹੀ ਤਾਂ ਕਹਿੰਦੀ ਹੁੰਦੀ ਹੈ ਕਿ ਮੈਨੂੰ ਚਾਹੀਦੀ ਨਹੀਂ, ਅਤੇ ਹੁਣ ਕੀ ਹੋਇਆ? ਅਤੇ ਉਹ ਕਹਿੰਦੀ ਨੋ, ਸਮਹਾਓ ਆਈ ਹੈਵ ਟੂ ਐਕਚੁਅਲੀ ਹੈਵ ਨਾਓ ਬਿਕੋਜ਼ ਆਈ ਐਮ ਇਨ ਪੈਨਿਕ, ਆਲ ਦੈਟ। ਅਖੀਰ ਗੱਲ ਕੀ ਹੋਈ ਕਿ ਉਹ ਨੈਕਸਟ ਡੇ ਉਹਨੇ ਓਪਨਲੀ ਦੱਸਿਆ, ਕਹਿੰਦੀ ਵੀ ਕਾਰਨ ਇਹ ਬਣਿਆ ਵੀ ਆਪਾਂ ਇੱਕੋ ਡੈਸਕ 'ਤੇ ਬੈਠੇ ਸੀਗੇ, ਇੱਕੋ ਸਮੇਂ ਟੈਸਟ ਕਰ ਰਹੇ ਹਾਂ ਦੋਨੋਂ ਜਣੇ ਸਾਰੇ ਉਸ ਰੂਪ ਵਿੱਚ। ਜਦੋਂ ਮੈਂ ਤੇਰੇ ਕੁਝ 2 ਮਾਰਕ ਐਕਸਟਰਾ ਦੇਖੇ ਨਾ, ਮੇਰੇ ਤੋਂ ਹਾਇਰ ਦੇਖੇ, ਕਹਿੰਦੀ ਮੈਂ ਆਪਣੇ ਆਪ ਟੋਲਰੇਟ ਨਹੀਂ ਕਰ ਪਾਈ। ਮੈਨੂੰ ਲੱਗਾ ਹੋ ਮੈਨੂੰ ਤਾਂ ਫੀਲ ਹੋ ਰਿਹਾ ਪਿਆ ਆਮ ਡਮ, ਜੁੜੀ ਹੁਣ ਆਹ ਚੀਜ਼ ਹੈਗੀ ਹੈ। ਇਹ ਉਦਾਸ ਕਰਦੀ ਹੈ ਬੰਦੇ ਨੂੰ। ਇਹ ਦੁਨੀਆ 'ਚ ਇਹੀ ਹੈ। ਗੁਰੂ ਬਾਬਾ ਜੀ ਕਹਿੰਦੇ ਕਰੇ ਆਪਣੀ ਦਾਸੀ ਮਿੱਟੀ ਉਦਾਸੀ। ਇਸ ਬਿਰਤੀ ਨੂੰ ਦਾਸ ਬਣਾ ਲਿਆ, ਇਹਨੂੰ ਹਾਵੀ ਨਹੀਂ ਹੋਣ ਦਿੱਤਾ। ਆਪਣੇ ਆਪ ਨੂੰ ਇੱਕ ਉਸ ਤਰੀਕੇ ਨਾਲ ਲੈ ਆਂਦਾ। ਫਿਰ ਕਿਹਾ ਹਰ ਮੰਦਰ ਥਿਤ ਪਾਈ, ਤੇ ਇੱਥੋਂ ਰਾਹ ਵੀ ਲੱਭ ਜਾਂਦਾ। ਜਿਹੜਾ ਬੰਦਾ ਆਪਣੇ ਆਪ ਵਿੱਚ ਜੀਣਾ ਸਿੱਖ ਲੈਂਦਾ, ਆਪਣੇ ਗੁਣਾਤਮਕ ਪੱਖ ਦੇ ਉੱਤੇ ਜਿਹੜਾ ਹੈਗਾ ਟਿਕ ਜਾਂਦਾ ਆ, ਕਰਤਾਰ ਨੂੰ ਆਪ ਨਿਵਾਹਿਦਾ ਆ। ਅਗਲੀ ਬਚਨ ਲਿਖਿਆ ਸਾਹਿਬ ਨੇ, ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ, ਵਿਛੜ ਕਬੂ ਨਾ ਜਾਏ। ਬਾਕੀ ਜਿਸ ਉਸ ਸਿਮਰਤੀ 'ਚ ਲਗਾਤਾਰ ਰਹੋਗੇ, ਆਨੰਦ ਵੀ ਹੈ, ਵਿਨੋਦ ਵੀ ਹੈ, ਤੂੰ ਵਿਛੜਦਾ ਵੀ ਨਹੀਂ। ਉਹ ਫਿਰ ਜਿਹੜਾ ਇੱਕ ਮਨ ਦਾ ਲੈਵਲ ਜਦੋਂ ਪ੍ਰਾਪਤ ਕਰ ਲੈਂਦਾ ਬੰਦਾ, ਉਹਦੇ ਵਿੱਚੋਂ ਲਗਾਤਾਰ ਵਸਦਾ ਆ। ਸਾਹ ਵੱਡ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ। ਉਸ ਔਰਤਾਨਾ ਪੱਖ ਤੋਂ ਬਾਤ ਕੀਤੀ ਹੈ। ਇਹੋ ਜਿਹੀ ਜੀਵਾਤਮਾ ਫਿਰ ਵੱਡ ਭਾਗਣ ਹੈ, ਉਹਨੂੰ ਸੁਹਾਗਵਤੀ ਕਹਾਂਗੇ, ਕਿਉਂਕਿ ਉਹਨੂੰ ਨਾਮ ਦੀ ਦਾਤ ਮਿਲ ਗਈ ਹੈ। ਕਹੋ ਨਾਨਕ ਰਮਹਿ ਰੰਗਰਾਤੇ ਪ੍ਰੇਮ ਮਹਾਰਸ ਪੀਨੇ। ਇਹ ਨਾਨਕ ਉਹ ਲੋਕ ਜੀਵਨ ਦੇ ਰਵਣ ਨੂੰ ਮਾਣਦੇ ਨੇ ਜਿਹੜੇ ਪ੍ਰੇਮ ਦੇ ਇਸ ਮਹਾਰਸ 'ਤੇ ਚਲੇ ਗਏ। ਇਹ ਭਗਤੀ ਦਾ ਰਸ, ਪ੍ਰੇਮ ਦਾ ਰਸ ਹੈ, ਤੈਨੂੰ ਮਹਾਰਸ ਦੇ ਰੂਪ ਵਿੱਚ ਬਿਆਨ ਕੀਤਾ ਹੈ। ਆਉਂਦੇ ਪਦਿਆਂ ਦੇ ਵਿੱਚ ਇਹਦੀ ਹੋਰ ਫਰਦਰ ਐਕਸਪਲੇਨੇਸ਼ਨ ਹੈ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਇੱਥੇ ਸਮਾਪਤ ਹੈ। ਉਹਨਾਂ ਕਰਸਾਨ ਮਾਈ ਪਾਈ ਲਈ ਇੱਕ ਵਾਰ ਫਿਰ ਦਿਲੀ ਅਰਦਾਸ ਹੈ, ਉਹਨਾਂ ਦੀ ਸਫਲਤਾ ਚੜ੍ਹਦੀ ਕਲਾ ਵਾਸਤੇ ਜੋ ਜੂਝ ਰਹੇ ਨੇ। ਇੰਨੀਆਂ ਬਿਨਤੀਆਂ ਨਾਲ ਹੀ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।